ਸਤਿਕਾਰਯੋਗ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਵਿਚਾਰ ਰਹੇ ਹਾਂ ਜਾਂ ਸਮਝ ਰਹੇ ਹਾਂ। ਤੇ ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਅਸ਼ਟਪਦੀ ਨੰਬਰ 13 ਤੇ ਉਸ ਦਾ ਬੰਦ ਨੰਬਰ 5 ਅਤੇ 6 ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਤੁਸੀਂ ਪਿਛਲੀ ਕਲਾਸ ਵਿੱਚ ਹੁਕਮ ਕੀਤਾ ਸੀ ਕਿ ਆਪਾਂ 2 ਬੰਦ ਕਰਕੇ ਵੇਖੀਏ, ਜੇ ਠੀਕ ਲੱਗੇ ਤੇ ਅੱਗੇ ਤੋਂ ਫਿਰ 2 ਕਰ ਲਿਆ ਕਰਾਂਗੇ। ਸੋ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 280 ਉੱਤੇ ਮੌਜੂਦ ਹੈ। ਆਪਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਚੁੱਕਾ ਹੈ ਕਿ ਇਸ ਅਸ਼ਟਪਦੀ ਦੇ ਅੰਦਰ ਗੁਰੂ ਜੀ ਨੇ ਸੰਤਾਂ ਦੀ ਨਿੰਦਿਆ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ, ਉਹਦਾ ਜ਼ਿਕਰ ਬਾਖੂਬੀ ਕੀਤਾ ਹੋਇਆ ਹੈ। ਅਤੇ ਸਮੁੱਚੀ ਗੁਰਬਾਣੀ ਵਿੱਚ ਨਿੰਦਿਆ ਕਰਨ ਵਾਲਿਆਂ ਲਈ ਬੜੇ ਹੀ ਸਖਤ ਸ਼ਬਦ ਵਰਤੇ ਹੋਏ ਨੇ। ਜਿਵੇਂ ਇੱਕ ਥਾਂ ਇਸ ਤਰ੍ਹਾਂ ਵੀ ਬਚਨ ਆਉਂਦਾ ਗੁਰੂ ਮਹਾਰਾਜ ਦਾ, ਨਿੰਦਕ ਕਾ ਮਾਥਾ ਈਹਾਂ ਊਹਾਂ ਕਾਲਾ। ਜਿਹੜਾ ਮਨੁੱਖ ਪਰਾਈ ਨਿੰਦਿਆ ਕਰਦਾ ਹੈ ਉਹਦਾ ਮੂੰਹ ਮੱਥਾ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕਾਲਾ ਹੁੰਦਾ ਹੈ। ਭਾਵ ਉਹ ਇੱਥੇ ਵੀ ਤੇ ਉੱਥੇ ਵੀ ਬੇਇੱਜ਼ਤ ਹੁੰਦਾ ਹੈ। ਇਸ ਤਰ੍ਹਾਂ ਗੁਰੂ ਜੀ ਦਾ ਮੰਨਣਾ ਹੈ। ਸੋ ਇਸ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਉਹਦੇ ਵਿੱਚ ਗੁਰੂ ਜੀ ਨੇ ਇਹੋ ਹੀ ਗੱਲ ਆਖੀ ਹੈ ਕਿ ਸੰਤਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਮੁੜ ਮੁੜ ਕੇ ਜਨਮ ਤੇ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਤੇ ਜਿਹੜਾ ਭਾਵੇਂ ਉਹ ਨਿੰਦਿਆ ਹੀ ਕਰਦਾ ਹੋਵੇ ਲੇਕਿਨ ਸੰਤਾਂ ਦੀ ਸ਼ਰਨ ਵਿੱਚ ਆ ਜਾਏ, ਉਹਨਾਂ ਦਾ ਬਚਨ ਮੰਨ ਕੇ ਆਪਣੇ ਆਪ ਦਾ ਸੁਧਾਰ ਕਰ ਲਵੇ, ਸੋ ਜਨ ਉਧਰਨਹਾਰ। ਉਹਨੂੰ ਇਸ ਤਰ੍ਹਾਂ ਵੀ ਲਿਖਿਆ ਕਿ ਉਹ ਸੰਸਾਰ ਸਾਗਰ ਤੋਂ ਪਾਰ ਹੋਣ ਦੇ ਯੋਗ ਬਣ ਜਾਂਦਾ ਹੈ। ਸੋ ਇਹ ਦੋਵੇਂ ਗੱਲਾਂ ਨੇ ਜੀ ਕਿ ਨਿੰਦਿਆ ਕਰਨ ਦੇ ਨਾਲ ਜਨਮ ਮਰਨ ਦੇ ਗੇੜ ਵਿੱਚ ਪੈ ਜਾਈਦਾ ਹੈ, ਤੇ ਇਹ ਨਿੰਦਿਆ ਆਦਿਕ ਵਾਲੀ ਜਿਹੜੀ ਵਾਦੀ ਛੱਡ ਕੇ ਸੰਤਾਂ ਦੀ ਸ਼ਰਨ ਵਿੱਚ ਪੈ ਜਾਈਏ ਤੇ ਸੰਸਾਰ ਸਾਗਰ ਤੋਂ ਪਾਰ ਲੰਘ ਜਾਈਦਾ ਜਾਂ ਤਰਨ ਦੇ ਯੋਗ ਬਣ ਜਾਈਦਾ ਹੈ। ਸੋ ਬੰਦ ਨੰਬਰ ਜਿਹੜਾ 5 ਹੈ, ਇਸ ਤਰ੍ਹਾਂ ਆਪਾਂ 2-2 ਪੰਕਤੀਆਂ ਦੋਵਾਂ ਬੰਦਾਂ ਦੀਆਂ ਹੀ ਕਰਦੇ ਚੱਲਾਂਗੇ। ਬੰਦ ਨੰਬਰ 5 ਦੀਆਂ ਪਹਿਲੀਆਂ ਜਿਹੜੀਆਂ 2 ਪੰਕਤੀਆਂ ਨੇ ਉਹਨਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਦੋਖੀ ਤੋਂ ਭਾਵ ਆਪਾਂ ਪਹਿਲਾਂ ਸਮਝ ਲਿਆ ਸੀ, ਜਿਹੜਾ ਸੰਤਾਂ ਵਿੱਚ ਦੋਸ਼ ਲੱਭਦਾ ਬੰਦਾ ਉਹਨੂੰ ਦੋਖੀ ਆਖਦੇ ਨੇ, ਜਾਂ ਜਿਹੜਾ ਸੰਤਾਂ ਉੱਤੇ ਦੋਸ਼ ਥੱਪਦਾ ਹੈ ਬਿਨਾਂ ਵਜ੍ਹਾ ਤੋਂ ਉਸ ਨੂੰ ਵੀ ਦੋਖੀ ਆਖਦੇ ਨੇ। ਸੰਤਾਂ ਦੇ ਨਾਲ ਈਰਖਾ ਕਰਨ ਵਾਲਾ ਬੰਦਾ ਉਸ ਨੂੰ ਵੀ ਦੋਖੀ ਆਖਦੇ ਨੇ। ਤੇ ਜਿਹੜਾ ਵੀ ਸੰਤਾਂ ਦੀ ਨਿੰਦਿਆ ਕਰਨ ਵਾਲਾ ਮਨੁੱਖ ਹੈ ਉਹ ਅੱਧ ਬੀਚ ਤੇ ਟੁੱਟਾ ਹੈ, ਅੱਧ ਵਿਚਕਾਰੋਂ ਟੁੱਟ ਜਾਂਦਾ ਹੈ। ਲੇਕਿਨ ਉਹ ਕਿੱਥੋਂ ਟੁੱਟਦਾ, ਆਪਾਂ ਇਹ ਗੱਲ ਗੁਰਬਾਣੀ ਵਿੱਚੋਂ ਹੀ ਸਮਝ ਲੈਣੀ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਆਖਿਆ, ਟੂਟੀ ਨਿੰਦਕ ਕੀ ਅੱਧ ਬੀਚ, ਜਨ ਕਾ ਰਾਖਾ ਆਪ ਸੁਆਮੀ, ਬੇਮੁਖ ਕੋ ਆਏ ਪਹੁੰਚੀ ਮੀਚ। ਕਿੱਥੋਂ ਟੁੱਟਦਾ ਹੈ ਬੰਦਾ, ਇਹ ਅੱਧ ਵਿੱਚੋਂ ਕਿਵੇਂ ਟੁੱਟਦਾ ਹੈ ਸੰਤਾਂ ਦੀ ਨਿੰਦਿਆ ਕਰਨ ਵਾਲਾ?
ਜਨ ਕਾ ਰਾਖਾ ਆਪ ਸੁਆਮੀ। ਜਿਹੜਾ ਬੰਦਾ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਦਾ ਤੇ ਮਾਲਕ, ਉਹਦਾ ਤੇ ਰਾਖਾ ਵਾਹਿਗੁਰੂ ਆਪ ਬਣ ਜਾਂਦਾ ਹੈ। ਬੇਮੁਖ ਕਹੋ, ਜਿਹੜਾ ਵਾਹਿਗੁਰੂ ਜੀ ਤੋਂ, ਗੁਰੂ ਜਨਾਂ ਤੋਂ, ਸੰਤਾਂ ਤੋਂ ਬੇਮੁਖ ਹੋ ਜਾਂਦਾ ਹੈ। ਬੇਮੁਖ ਕਹੋ ਆਏ ਪਹੁੰਚੀ ਮੀਚ। ਮੀਚ ਦਾ ਇੱਥੇ ਮਤਲਬ ਹੈ ਜੀ ਮੌਤ। ਤੇ ਜਦੋਂ ਆਪਾਂ ਵੇਖਦੇ ਹਾਂ ਵੀ ਚਾਹੇ ਸੰਤ ਹੈ, ਚਾਹੇ ਗੁਰੂ ਹੈ, ਚਾਹੇ ਸੰਤਾਂ ਦਾ ਸੇਵਕ ਹੈ, ਚਾਹੇ ਉਹ ਜੋ ਵੀ ਹੈ, ਮੌਤ ਤੇ ਉਸ ਨੂੰ ਵੀ ਆਉਂਦੀ ਹੈ, ਮਰਨਾ ਤੇ ਉਸ ਨੇ ਵੀ ਹੈ। ਪਰ ਇੱਥੇ ਨਾ ਜੀ ਆਤਮਿਕ ਮੌਤ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਵਾਹਿਗੁਰੂ ਜੀ ਦਾ ਸੇਵਕ ਬਣ ਜਾਂਦਾ ਹੈ, ਵਾਹਿਗੁਰੂ ਜੀ ਉਸ ਨੂੰ ਆਤਮਿਕ ਮੌਤੇ ਨਹੀਂ ਮਰਨ ਦਿੰਦੇ, ਉਸ ਦੇ ਰਾਖੇ ਬਣ ਜਾਂਦੇ ਨੇ। ਤੇ ਜਿਹੜਾ ਵਾਹਿਗੁਰੂ ਜੀ ਤੋਂ ਬੇਮੁਖ ਹੁੰਦਾ ਹੈ, ਉਸ ਨੂੰ ਆਤਮਿਕ ਮੌਤ ਆਣ ਘੇਰਦੀ ਹੈ। ਤੇ ਆਤਮਿਕ ਮੌਤ ਜਿਹੜੀ ਹੈ ਨਾ, ਵੈਸੇ ਆਪਾਂ ਪਿੱਛੇ ਜੇ ਇੱਕ ਵਾਰੀ ਗੱਲ ਕੀਤੀ ਸੀ ਕਿ ਆਤਮਾ ਦੀ ਮੌਤ ਕਦੇ ਨਹੀਂ ਹੁੰਦੀ। ਇੱਥੇ ਜਦੋਂ ਆਪਾਂ ਆਤਮਿਕ ਮੌਤ ਦੀ ਗੱਲ ਕਰਦੇ, ਇਹਦਾ ਮਤਲਬ ਹੁੰਦਾ ਹੈ ਕਿ ਮਨੁੱਖ ਆਪਣੇ ਚਾਲ ਚੱਲਣ ਤੋਂ, ਆਪਣੇ ਨੈਤਿਕਤਾ ਤੋਂ, ਆਪਣੇ ਸੁਚੱਜੇ ਜੀਵਨ ਤੋਂ ਥੱਲੇ ਡਿੱਗ ਪੈਂਦਾ ਹੈ। ਉਸ ਨੂੰ ਵੀ ਆਤਮਿਕ ਮੌਤ ਹੀ ਆਖੀਦਾ ਹੈ ਵੀ ਇਹ ਤੇ ਬੰਦਾ ਆਤਮਿਕ ਮੌਤੇ ਹੀ ਮਰਿਆ ਹੋਇਆ, ਜਿਹਦੇ ਵਿੱਚ ਗੁਣ ਚੰਗੇ ਨਾ ਹੋਣ, ਜਿਹਦਾ ਆਚਰਨ ਚੰਗਾ ਨਾ ਹੋਵੇ, ਜਿਹਦਾ ਵਰਤੋਂ ਵਿਹਾਰ ਚੰਗਾ ਨਾ ਹੋਵੇ, ਉਹਨੂੰ ਵੀ ਅਸੀਂ ਕਹਿੰਦੇ ਹਾਂ ਜਾਂ ਲੋਕ ਕਹਿੰਦੇ ਨੇ ਕਿ ਆਤਮਿਕ ਮੌਤੇ ਮਰਿਆ ਹੋਇਆ ਹੈ। ਸੋ ਸੰਤ ਕਾ ਦੋਖੀ ਅੱਧ ਬੀਚ ਤੇ ਟੁੱਟਾ ਹੈ। ਇਹਦਾ ਮਤਲਬ ਇਹ ਬਣਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਜਿਉਂਦਾ ਹੋਇਆ ਆਤਮਿਕ ਮੌਤੇ ਮਰ ਜਾਂਦਾ ਹੈ। ਸੰਤ ਕਾ ਦੋਖੀ ਕਿਤੈ ਕਾਜ ਨਾ ਪਹੁੰਚੈ। ਸੰਤ ਦੀ ਨਿੰਦਿਆ ਕਰਨ ਵਾਲਾ, ਸੰਤ ਦਾ ਦੋਖੀ ਮਨੁੱਖ ਕਿਤੈ ਕਾਜ ਨਾ ਪਹੁੰਚੈ ਤੋਂ ਮਤਲਬ ਹੈ ਕਿ ਉਹਦਾ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ। ਤੇ ਇੱਥੇ ਵੀ ਜਿਹੜਾ ਕਾਰਜ ਨਾ ਜੀ, ਉਹਦੀ ਅਧਿਆਤਮਿਕਤਾ ਨਾਲ ਹੀ ਜੋੜ ਕੇ ਆਪਾਂ ਵੇਖਣਾ ਹੈ। ਵੈਸੇ ਦੁਨਿਆਵੀ ਤੌਰ ਤੇ ਜਿਹੜੇ ਉਹੋ ਜਿਹੇ ਵਿਚਾਰਾਂ ਦੇ ਲੋਕ ਹੁੰਦੇ ਨੇ, ਉਹਨਾਂ ਦੇ ਕੰਮ ਤੇ ਸਿਰੇ ਚੜ੍ਹਦੇ ਹੀ ਨੇ, ਸਗੋਂ ਸਾਡੇ ਨਾਲੋਂ ਵਧੀਆ ਚੜ੍ਹਦੇ ਨੇ। ਸੋ ਇੱਥੇ ਵੀ ਆਤਮਿਕ ਜਿਹੜਾ ਉਹਦਾ ਨਾ ਕਾਰਜ, ਵਾਹਿਗੁਰੂ ਜੀ ਨਾਲ ਮਿਲਾਪ ਵਾਲਾ, ਚੰਗੀ ਉੱਚੀ ਅਵਸਥਾ ਵਾਲਾ, ਉਸ ਕਾਰਜ ਨੂੰ ਉਹ ਨਹੀਂ ਕਰ ਪਾਉਂਦਾ। ਉਹਦੇ ਤੇ ਉਹਦਾ ਕਾਰਜ ਉਹ ਵਿੱਚ ਹੀ ਰਹਿ ਜਾਂਦਾ, ਯਾਨੀ ਕਾਰਜ ਅਧੂਰਾ ਰਹਿ ਜਾਂਦਾ ਹੈ। ਤੇ ਆਪਾਂ ਨੂੰ ਇਹ ਤੇ ਪਤਾ ਹੀ ਹੈ ਕਿ ਸਾਡੇ ਜੀਵਨ ਦਾ ਜਿਹੜਾ ਮਕਸਦ ਹੈ ਜਾਂ ਜਿਹੜਾ ਕਾਰਜ ਹੈ ਸਾਡਾ, ਉਹ ਹੈ ਪਰਮਾਤਮਾ ਦੇ ਨਾਲ ਅਭੇਦ ਹੋਣਾ, ਵਾਹਿਗੁਰੂ ਜੀ ਵਿੱਚ ਲੀਨ ਹੋ ਜਾਣਾ। ਤੇ ਜਿਹੜਾ ਸੰਤਾਂ ਦਾ ਦੋਖੀ ਬੰਦਾ ਹੈ, ਉਹਦਾ ਇਹ ਕਾਰਜ ਵੀ ਪੂਰਾ ਨਹੀਂ ਹੁੰਦਾ। ਤੇ ਅਧਿਆਤਮਿਕ ਪਹਿਲੂ ਤੋਂ ਕੋਈ ਵੀ ਕੰਮ ਉਹਦਾ ਸਿਰੇ ਨਹੀਂ ਚੜ੍ਹਦਾ। ਸੋ ਇਸ ਤਰ੍ਹਾਂ ਆਪਾਂ ਇਸ ਵਿਚਾਰ ਨੂੰ ਸਮਝਣਾ ਹੈ। ਵੈਸੇ ਦੁਨਿਆਵੀ ਤੌਰ ਤੇ ਚਾਹੇ ਨਿੰਦਕ ਬੰਦਾ ਹੈ, ਚਾਹੇ ਮਨਮੁਖ ਬੰਦਾ ਹੈ, ਚਾਹੇ ਬੇਮੁਖ ਬੰਦਾ ਹੈ, ਉਹ ਚੰਗੇ ਭਲੇ ਜਿਉਂਦੇ ਨੇ, ਬੜਾ ਪੈਸਾ ਕਮਾਉਂਦੇ ਨੇ, ਹੇਰਾਫੇਰੀਆਂ ਕਰਦੇ ਨੇ, ਝੂਠ ਬੋਲਦੇ ਨੇ, ਠੱਗੀਆਂ ਠੋਰੀਆਂ ਮਾਰਦੇ ਨੇ, ਪਰ ਫਿਰ ਵੀ ਕੰਮ ਉਹਨਾਂ ਦੇ ਸਿਰੇ ਚੜ੍ਹਦੇ ਨੇ, ਸਗੋਂ ਸਾਡੇ ਨਾਲੋਂ ਵਧੀਆ ਚੜ੍ਹਦੇ ਨੇ। ਸੋ ਇੱਥੇ ਗੁਰੂ ਜੀ ਸਾਨੂੰ ਅਧਿਆਤਮਿਕਤਾ ਨਾਲ ਜੋੜਨਾ ਚਾਹੁੰਦੇ ਨੇ ਤੇ ਇਹ ਦੱਸਣਾ ਚਾਹੁੰਦੇ ਨੇ ਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ, ਸੰਤਾਂ ਦੇ ਦੋਖੀ ਲੋਕ, ਅਧਿਆਤਮਿਕ ਤੌਰ ਤੇ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ ਏ ਤੇ ਇਹ ਪਰਮਾਰਥ ਦਾ ਕੋਈ ਵੀ ਕਾਰਜ ਉਹਨਾਂ ਦਾ ਸਿਰੇ ਨਹੀਂ ਚੜ੍ਹਦਾ। ਇਹ ਗੱਲ ਇੱਥੇ ਦੱਸੀ ਗਈ ਹੈ। ਅੱਗੇ ਆਖਦੇ ਨੇ, ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ, ਸੰਤ ਕਾ ਦੋਖੀ ਉਜੜ ਪਾਈਐ। ਉਦਿਆਨ ਤੋਂ ਮਤਲਬ ਹੁੰਦਾ ਹੈ ਜੀ ਜੰਗਲ, ਤੇ ਉਜੜ ਤੋਂ ਮਤਲਬ ਹੁੰਦਾ ਹੈ ਕੁਰਾਏ ਪੈਣਾ। ਜਿਹੜਾ ਸੰਤ ਦਾ ਦੋਖੀ ਹੁੰਦਾ ਹੈ ਜਾਂ ਗੁਰੂ ਦਾ ਦੋਖੀ ਹੁੰਦਾ ਹੈ, ਉਸ ਨੂੰ ਜੰਗਲਾਂ ਵਿੱਚ ਭਰਮਾਇਆ ਜਾਂਦਾ ਹੈ ਤੇ ਉਸ ਨੂੰ ਕੁਰਾਏ ਪਾ ਦਿੱਤਾ ਜਾਂਦਾ ਹੈ। ਸੋ ਹੁਣ ਆਪਾਂ ਜੰਗਲ ਤੇ ਕੁਰਾਏ, ਇਹ ਵੀ ਦੋਵੇਂ ਚੀਜ਼ਾਂ ਅਧਿਆਤਮਿਕਤਾ ਨਾਲ ਜੋੜ ਕੇ ਵੇਖਣੀਆਂ ਨੇ।
ਵੈਸੇ ਇੱਥੇ ਕਿਸੇ ਨੂੰ ਕੋਈ ਜੰਗਲਾਂ ਵਿੱਚ ਨਹੀਂ ਭੇਜਦਾ, ਭਾਵੇਂ ਉਹ ਨਿੰਦਿਆ ਕਰਦਾ ਹੋਵੇ ਤੇ ਭਾਵੇਂ ਕੋਈ ਉਹ ਬੇਮੁਖ ਹੋਵੇ ਜਾਂ ਮਨਮੁਖ ਹੋਵੇ, ਉਹਨੂੰ ਕੋਈ ਜੰਗਲਾਂ ਵਿੱਚ ਨਹੀਂ ਭਟਕਾਉਂਦਾ, ਉਹ ਵੀ ਆਪਣੇ ਘਰੇ ਹੀ ਰਹਿੰਦੇ ਨੇ। ਲੇਕਿਨ ਇੱਥੇ ਗੁਰੂ ਜੀ ਆਖਦੇ ਨੇ ਉਦਿਆਨ ਪਰਮਾਈ ਹੈ, ਜਿਸ ਦਾ ਮਤਲਬ ਹੈ ਕਿ ਸਾਡੇ ਅੰਦਰ ਵੀ ਨਾ ਇੱਕ ਜੰਗਲ ਬੀਆਬਾਨ ਹੈ ਜਿਹਦੇ ਵਿੱਚ ਅਸੀਂ ਭਟਕਦੇ ਰਹਿੰਦੇ ਹਾਂ। ਉਹ ਹੈ ਜੰਗਲ ਬੀਆਬਾਨ ਵਿਕਾਰਾਂ ਦਾ, ਉਹ ਹੈ ਜੰਗਲ ਬੀਆਬਾਨ ਔਗਣਾਂ ਦਾ। ਤੇ ਮਨੁੱਖ ਸਾਰੀ ਜ਼ਿੰਦਗੀ ਜਿਹੜਾ ਸੰਤਾਂ ਦਾ ਦੁੱਖ ਹੀ ਹੁੰਦਾ ਹੈ, ਉਹ ਉਸ ਆਪਣੇ ਅੰਦਰਲੇ ਜੰਗਲ ਵਿੱਚ ਹੀ ਸਾਰੀ ਉਮਰ ਭਟਕਦਾ ਰਹਿੰਦਾ ਹੈ, ਵਿਕਾਰਾਂ ਵਿੱਚ ਹੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਚਲਾ ਜਾਂਦਾ ਹੈ। ਉਹ ਚੰਗੇ ਗੁਣਾਂ ਤੋਂ, ਸ਼ੁਭ ਗੁਣਾਂ ਤੋਂ ਵਾਂਝਾ ਰਹਿੰਦਾ ਹੈ ਤੇ ਔਗਣਾਂ ਦੇ ਵਿੱਚ ਹੀ ਉਹ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਹੈ। ਤੇ ਉਜੜ ਪਾਈਏ ਤੋਂ ਮਤਲਬ ਹੈ ਕਿ ਉਹ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪੈ ਜਾਂਦਾ ਹੈ। ਜੀਵਨ ਦਾ ਜਿਹੜਾ ਸੁਚੱਜਾ ਰਸਤਾ ਹੈ, ਪ੍ਰਭੂ ਦੀ ਭਗਤੀ ਵਾਲਾ, ਮਨੁੱਖਤਾ ਦੀ ਸੇਵਾ ਵਾਲਾ, ਧਰਮ ਦੀ ਕਿਰਤ ਵਾਲਾ, ਇਸ ਰਸਤੇ ਤੋਂ ਬੰਦਾ ਖੁੰਝ ਜਾਂਦਾ ਹੈ ਤੇ ਕੁਰਾਹੇ ਪੈ ਜਾਂਦਾ ਹੈ। ਸੋ ਇੱਥੇ ਵੀ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਗੱਲ ਸਮਝਾਈ ਏ ਕਿ ਜਿਹੜਾ ਬੰਦਾ ਸੰਤਾਂ ਦਾ ਦੋਖੀ ਏ, ਸੰਤਾਂ ਦੀ ਨਿੰਦਿਆ ਕਰਨ ਵਾਲਾ ਏ, ਉਹ ਆਪਣੇ ਅੰਦਰ ਹੀ ਆਪਣੇ ਵਿਕਾਰਾਂ ਰੂਪ ਜੰਗਲ ਵਿੱਚ ਹੀ ਸਾਰੀ ਜ਼ਿੰਦਗੀ ਭਰਮਦਾ ਤੇ ਭਟਕਦਾ ਰਹਿੰਦਾ ਹੈ। ਉਸ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਭੁੱਲ ਜਾਂਦਾ ਹੈ ਤੇ ਉਹ ਸਾਰੀ ਜ਼ਿੰਦਗੀ ਕੁਰਾਹੇ ਹੀ ਪਿਆ ਰਹਿੰਦਾ ਹੈ, ਲੋਕਾਂ ਦੀ ਨਿੰਦਿਆ ਕਰਦਾ ਹੈ, ਉਹ ਸਭ ਮਾੜੇ ਕਰਮ ਜਿੰਨੇ ਨੇ ਉਹ ਕਰਦਾ ਰਹਿੰਦਾ। ਇਹ ਕੁਰਾਹੇ ਪੈਣਾ ਹੈ। ਸੋ ਅਗਲੀਆਂ ਪੰਕਤੀਆਂ ਵਿੱਚ ਗੁਰੂ ਜੀ ਆਖਦੇ ਨੇ, ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ। ਅੰਤਰ ਤੇ ਥੋਥਾ, ਅੰਦਰੋਂ ਖਾਲੀ ਹੁੰਦਾ ਹੈ। ਥੋਥਾ ਮੈਨੇ ਖਾਲੀ, ਲੋਥਾ ਮੈਨੇ ਲਾਸ਼। ਉਹ ਮਨੁੱਖ ਜਿਹੜਾ ਸੰਤਾਂ ਦਾ ਦੋਖੀ ਹੈ, ਨਿੰਦਿਆ ਕਰਨ ਵਾਲਾ, ਉਹ ਆਪਣੇ ਅੰਦਰੋਂ ਖਾਲੀ ਹੁੰਦਾ ਹੈ। ਤੇ ਖਾਲੀ ਫਿਰ ਆਪਾਂ ਉਹੀ ਸਮਝਣੀ ਹੈ ਗੱਲ ਵੀ ਕੀ ਉਹਦੇ 'ਚ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੁੰਦੀ। ਜੋ ਇੱਕ ਗੁਰਮੁਖ ਵਿੱਚ ਹੁੰਦਾ ਹੈ ਸਰੀਰਕ ਤੌਰ 'ਤੇ, ਉਹੋ ਹੀ ਸਭ ਕੁਝ ਉਹਦੇ ਵਿੱਚ ਹੁੰਦਾ ਹੈ। ਉਹੋ ਹੀ ਨਾੜੀਆਂ, ਉਹੋ ਹੀ ਹੱਡੀਆਂ, ਉਹੋ ਹੀ ਚਮੜੀ, ਹਰ ਚੀਜ਼ ਉਹੋ ਹੀ ਹੁੰਦੀ, ਪਰ ਅੰਦਰੋਂ ਖਾਲੀ ਕਿਉਂ ਹੁੰਦਾ ਹੈ? ਇਹਦਾ ਵੀ ਮਤਲਬ ਉਹੀ ਹੈ ਕਿ ਉਹ ਸ਼ੁਭ ਗੁਣਾਂ ਤੋਂ ਖਾਲੀ ਹੁੰਦਾ ਹੈ। ਉਹਦੇ ਅੰਦਰ ਚੰਗੇ ਗੁਣ ਨਹੀਂ ਹੁੰਦੇ, ਉਹਦੇ ਅੰਦਰ ਕੇਵਲ ਤੇ ਕੇਵਲ ਉਹ ਵਿਕਾਰਾਂ ਦਾ ਜੰਗਲ ਬਣਿਆ ਹੁੰਦਾ, ਜਿਹਦੇ ਵਿੱਚ ਉਹ ਸਾਰੀ ਜ਼ਿੰਦਗੀ ਭਟਕਦਾ ਹੀ ਮਰ ਜਾਂਦਾ ਹੈ। ਸੋ ਸ਼ੁਭ ਗੁਣਾਂ ਰੂਪੀ ਪੂੰਜੀ ਤੋਂ ਸੰਤਾਂ ਦਾ ਦੋਖੀ ਅੰਦਰੋਂ ਖਾਲੀ ਰਹਿੰਦਾ ਹੈ। ਖਾਲੀ ਕਿਸ ਤਰ੍ਹਾਂ ਰਹਿੰਦਾ ਹੈ? ਜਿਵੇਂ ਸਾਸ ਬਿਨਾ ਮਿਰਤਕ ਕੀ ਲੋਥਾ। ਜਿਵੇਂ ਸਾਸ ਤੋਂ ਬਿਨਾ ਜਿਹੜਾ ਸਰੀਰ ਹੈ, ਭਾਵੇਂ ਉਹਦੇ ਵਿੱਚ ਸਾਰਾ ਕੁਝ ਹੀ ਹੁੰਦਾ ਹੈ, ਪਰ ਜੇ ਸਵਾਸ ਨਾ ਹੋਵੇ ਤੇ ਉਹ ਦੇਹੀ ਲਾਸ਼ ਬਣ ਕੇ ਰਹਿ ਜਾਂਦੀ ਹੈ। ਗੁਰੂ ਜੀ ਨੇ ਆਖਿਆ ਸੀ, ਸਾਸ ਬਿਨਾ ਜਿਉਂ ਦੇਹੁਰੀ ਕਤ ਸ਼ੋਭਾ ਪਾਵੇ। ਸਵਾਸ ਤੋਂ ਬਿਨਾ ਇਹ ਜਿਹੜੀ ਸਾਡਾ ਸਰੀਰ ਹੈ ਸ਼ੋਭਾ ਨਹੀਂ ਪਾਉਂਦਾ। ਈਵਨ ਇਹਨੂੰ ਸਵਾਸਾਂ ਤੋਂ ਬਿਨਾ ਰੱਖਿਆ ਵੀ ਨਹੀਂ ਜਾ ਸਕਦਾ। ਸੋ ਇੱਥੇ ਵੀ ਸਾਨੂੰ ਉਹੀ ਗੱਲ ਸਮਝਾਈ ਹੈ ਕਿ ਜਿਹੜਾ ਸੰਤਾਂ ਦਾ ਦੋਖੀ ਮਨੁੱਖ ਹੁੰਦਾ ਹੈ, ਨਿੰਦਿਆ ਕਰਨ ਵਾਲਾ, ਉਹ ਸ਼ੁਭ ਗੁਣਾਂ ਤੋਂ ਖਾਲੀ ਹੁੰਦਾ ਹੈ ਤੇ ਉਹਦਾ ਸਰੀਰ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਸਵਾਸ ਤੋਂ ਬਿਨਾ ਸਰੀਰ ਭਾਵ ਉਹ ਲਾਸ਼ ਬਣ ਜਾਂਦਾ ਹੈ। ਤੇ ਇਹੋ ਜਿਹਾ ਮਨੁੱਖ ਸੰਤਾਂ ਦਾ ਦੋਖੀ, ਉਹ ਜ਼ਿੰਦਗੀ ਜਿਉਂਦਾ ਤੇ ਹੈ, ਲੇਕਿਨ ਉਹ ਚੱਲਦੀ ਫਿਰਦੀ ਇੱਕ ਲਾਸ਼ ਹੁੰਦੀ ਹੈ। ਸਵਾਸਾਂ ਸਣੇ ਚੱਲਦੀ ਫਿਰਦੀ ਇੱਕ ਲਾਸ਼ ਹੈ ਉਹ ਬੰਦਾ ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਹੈ। ਅੱਗੇ ਗੁਰੂ ਜੀ ਨੇ ਲਿਖਿਆ, ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ, ਆਪਨ ਬੀਜ ਆਪੇ ਹੀ ਖਾਹੇ। ਜਿਹੜੇ ਲੋਕ ਸੰਤਾਂ ਦੇ ਦੋਖੀ ਹੁੰਦੇ ਨੇ, ਨਿੰਦਿਆ ਕਰਨ ਵਾਲੇ, ਉਹਨਾਂ ਦੀ ਜੜ ਕੋਈ ਨਹੀਂ ਹੁੰਦੀ। ਜੜ ਤੋਂ ਭਾਵ ਇੱਥੇ ਹੈ ਬੁਨਿਆਦ, ਵੀ ਉਹ ਕਿਸੇ ਇੱਕ ਥਾਂ ਤੇ ਟਿਕਦਾ ਨਹੀਂ।
ਆਪਾਂ ਵੇਖਦੇ ਹਾਂ ਸੰਸਾਰ ਵਿੱਚ ਚੰਗੇ ਚੰਗੇ ਬੰਦੇ ਨੇ, ਉਹ ਕਿਵੇਂ ਪਾਰਟੀਆਂ ਬਦਲ ਲੈਂਦੇ ਨੇ, ਦਲ ਬਦਲ ਲੈਂਦੇ ਨੇ, ਆਪਣੀ ਜ਼ੁਬਾਨ ਤੋਂ ਕਿਵੇਂ ਲੋਕ ਮੁੱਕਰ ਜਾਂਦੇ ਨੇ, ਹੁਣੇ ਹੀ ਕੁਝ ਕਹਿ ਰਹੇ ਹੁੰਦੇ ਨੇ, ਪਲਕ ਨੂੰ ਹੋਰ ਕੁਝ ਕਹਿਣ ਲੱਗ ਪੈਂਦੇ ਨੇ। ਇਸ ਨੂੰ ਆਖਿਆ ਕਿ ਉਹਦੀ ਜੜ ਕਿਛ ਨਾ ਹੈ, ਭਾਵ ਉਹਦੀ ਕੋਈ ਬੁਨਿਆਦ ਨਹੀਂ, ਉਹਦਾ ਕੋਈ ਵਿਸ਼ਵਾਸ ਹੀ ਨਹੀਂ ਕਿ ਉਹ ਕਦੋਂ ਕਿੱਧਰ ਨੂੰ ਘੁੰਮ ਜਾਏਗਾ ਬੰਦਾ। ਅੱਜ ਚੰਗਾ ਬਣ ਕੇ ਮੇਰੇ ਵਰਗਾ ਵਿਖਾ ਰਿਹਾ, ਕੱਲ੍ਹ ਨੂੰ ਉਹਦਾ ਕੀ ਬਣਨਾ ਪਤਾ ਹੀ ਨਹੀਂ। ਸੋ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ, ਆਪਨ ਬੀਜ ਆਪੇ ਹੀ ਖਾਹੇ। ਇਹ ਜਿਹੜਾ ਖਾਹੇ ਸ਼ਬਦ ਹੈ ਨਾ ਜੀ, ਇਹ ਬਹੁ ਵਚਨ ਦੀ ਕਿਰਿਆ ਹੈ, ਇਸ ਲਈ ਇੱਥੇ ਇਸ ਤਰ੍ਹਾਂ ਅਰਥ ਕੀਤੇ ਜਾਂਦੇ ਨੇ ਕਿ ਜਿਹੜੇ ਸੰਤਾਂ ਦੇ ਦੋਖੀ ਹੁੰਦੇ ਨੇ। ਆਪਣ ਬੀਜ, ਆਪਣਾ ਬੀਜਿਆ ਹੋਇਆ ਉਹ ਆਪ ਹੀ ਖਾਂਦੇ ਨੇ, ਭਾਵ ਜਿਹੋ ਜਿਹੇ ਉਹਨਾਂ ਨੇ ਕਰਮ ਕੀਤੇ ਨੇ, ਉਹੋ ਜਿਹੇ ਕਰਮਾਂ ਦਾ ਫਲ ਉਹ ਆਪ ਹੀ ਭੁਗਤਦੇ ਨੇ। ਤੇ ਕਰਮ ਉਹਨਾਂ ਕਿਹੜੇ ਕੀਤੇ ਨੇ? ਵਾਹਿਗੁਰੂ ਜੀ ਵੱਲੋਂ ਬੇਮੁਖਤਾ ਵਾਲੇ। ਸਾਰੀ ਜ਼ਿੰਦਗੀ ਉਹ ਵਿਕਾਰਾਂ ਵਿੱਚ ਭਟਕਦੇ ਰਹੇ, ਸਾਰੀ ਉਮਰ ਉਹ ਗੁਰੂਆਂ ਮਹਾਂਪੁਰਸ਼ਾਂ ਸੰਤਾਂ ਦੀ ਨਿੰਦਿਆ ਕਰਦੇ ਰਹੇ। ਇਹ ਉਹਨਾਂ ਨੇ ਮਾੜੇ ਕਰਮ ਕਮਾਏ, ਤੇ ਇਹਨਾਂ ਮਾੜਿਆਂ ਕਰਮਾਂ ਦਾ ਫਿਰ ਫਲ ਵੀ ਉਹਨਾਂ ਨੂੰ ਮਾੜਾ ਹੀ ਮਿਲਣਾ ਹੁੰਦਾ ਹੈ। ਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਬਹੁਤ ਥਾਵਾਂ ਤੇ ਸਮਝਾਇਆ ਕਿ ਜੇਹਾ ਬੀਜੈ ਸੋ ਲੁਣੈ। ਲੁਣੇ ਦਾ ਮਤਲਬ ਹੁੰਦਾ ਹੈ ਵੱਢਣਾ। ਜਿਹੋ ਜਿਹਾ ਕੋਈ ਬੰਦਾ ਕਰਮ ਬੀਜਦਾ ਹੈ, ਉਹੋ ਜਿਹਾ ਫਲ ਉਸ ਨੂੰ ਵੱਢਣਾ ਪੈਂਦਾ। ਜੇਹਾ ਪੁਰਬ ਕਿਨੈ ਬੋਇਆ, ਜਿਹੋ ਜਿਹਾ ਪਹਿਲਾਂ ਕਿਸੇ ਨੇ ਬੀਜਿਆ ਹੁੰਦਾ ਹੈ, ਉਹੋ ਜਿਹਾ ਫਲ ਉਸ ਨੂੰ ਵੱਢਣਾ ਪੈਂਦਾ ਹੈ, ਭਾਵ ਉਹ ਫਲ ਉਸ ਨੂੰ ਪ੍ਰਾਪਤ ਕਰਨਾ ਪੈਂਦਾ ਹੈ। ਸੋ ਇੱਥੇ ਵੀ ਗੁਰੂ ਜੀ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਕਿ ਜਿਹੜਾ ਭਾਈ ਸੰਤਾਂ ਦੇ ਦੋਖੀ ਲੋਕ ਹੁੰਦੇ ਨੇ, ਉਹਨਾਂ ਦੀ ਕੋਈ ਜੜ ਨਹੀਂ ਹੁੰਦੀ, ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੁੰਦਾ, ਉਹਨਾਂ ਦਾ ਕੋਈ ਠੱਡਾ ਟਿਕਾਣਾ ਨਹੀਂ ਹੁੰਦਾ। ਇਸ ਤਰ੍ਹਾਂ ਆਖ ਲਈਏ, ਉਹ ਸਾਰੀ ਜ਼ਿੰਦਗੀ ਮਾੜੇ ਕਰਮ ਕਮਾਉਂਦੇ ਨੇ ਤੇ ਮਾੜੇ ਕਰਮ ਕਰਦੇ ਕਰਦੇ ਹੀ ਮਰ ਜਾਂਦੇ ਨੇ, ਤੇ ਉਹਨਾਂ ਕੀਤੇ ਹੋਏ ਮਾੜੇ ਕਰਮਾਂ ਦਾ ਬੀਜ ਜਿਹੜਾ ਉਹਨਾਂ ਬੀਜਿਆ, ਉਹਦਾ ਹੀ ਫਿਰ ਉਹਨਾਂ ਨੂੰ ਫਲ ਖਾਣਾ ਪੈਂਦਾ ਤੇ ਉਹ ਖਾਂਦੇ ਹਨ। ਇਸ ਪੰਜਵੇਂ ਬੰਦ ਦੇ ਅਖੀਰ ਵਿੱਚ ਗੁਰੂ ਜੀ ਨੇ ਆਖਿਆ, ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ। ਜਿਹੜਾ ਮਨੁੱਖ ਸੰਤਾਂ ਦਾ ਦੋਖੀ ਹੁੰਦਾ ਹੈ, ਜਿਹੜਾ ਉਹਨਾਂ ਦੀ ਨਿੰਦਿਆ ਆਦਿ ਕਰਦਾ ਹੈ, ਉਸ ਨੂੰ ਸੰਤਾਂ ਤੋਂ ਬਿਨਾਂ ਹੋਰ ਕੋਈ ਰੱਖਣ ਯੋਗ ਨਹੀਂ ਹੁੰਦਾ। ਯਾਨੀ ਕਿਸੇ ਵਿੱਚ ਸਮਰੱਥਾ ਨਹੀਂ ਹੁੰਦੀ ਕਿ ਉਹਨਾਂ ਦੇ ਕੀਤੇ ਹੋਏ ਇਹਨਾਂ ਮਾੜੇ ਕਰਮਾਂ ਨੂੰ ਕੋਈ ਬਦਲ ਸਕੇ, ਉਹਨੂੰ ਸਤ ਸੰਗਤ ਵਿੱਚ ਮਿਲਾ ਕੇ ਤੇ ਉਹਨੂੰ ਚੰਗੇ ਕਰਮਾਂ ਵੱਲ ਪ੍ਰੇਰਿਤ ਕਰ ਸਕੇ। ਉਹ ਹੋਰ ਕਿਸੇ ਮਨੁੱਖ ਵਿੱਚ ਪਾਇਆ ਨਹੀਂ ਹੁੰਦੀ। ਨਾਨਕ ਸੰਤ ਭਾਵੈ ਤਾਂ, ਜੇ ਸੰਤ ਨੂੰ ਚੰਗਾ ਲੱਗ ਜਾਏ, ਭਾ ਜਾਏ, ਯਾਨੀ ਇੱਥੇ ਇਹਦਾ ਮਤਲਬ ਹੁੰਦਾ ਹੈ ਕਿ ਜੇ ਸੰਤ ਦੀ ਮਰਜ਼ੀ ਹੋਵੇ, ਤੇ ਜੇ ਗੁਰੂ ਦੀ ਮਰਜ਼ੀ ਹੋਵੇ ਤਾਂ ਲੈ ਉਬਾਰ। ਇਹੋ ਜਿਹੇ ਮਨਮੁਖ ਬੰਦੇ ਨੂੰ, ਸੰਤਾਂ ਦੇ, ਗੁਰੂਆਂ ਦੇ ਦੋਖੀ ਨੂੰ, ਨਿੰਦਿਆ ਕਰਨ ਵਾਲੇ ਨੂੰ ਸੰਸਾਰ ਵਿੱਚ ਇਹਨਾਂ ਵਿਕਾਰਾਂ ਤੋਂ ਬਚਾਉਣ ਵਾਲਾ, ਰੱਖਣ ਵਾਲਾ ਕੋਈ ਹੋਰ ਨਹੀਂ ਹੁੰਦਾ। ਤੇ ਗੁਰੂ ਜੀ ਫਰਮਾਉਂਦੇ ਨੇ ਕਿ ਜੇ ਸੰਤ ਨੂੰ ਚੰਗਾ ਲੱਗ ਜਾਏ ਤੇ ਸੰਤ ਉਸ ਨੂੰ ਇਹਨਾਂ ਮਾੜੇ ਕਰਮਾਂ ਤੋਂ ਉਬਾਰ ਸਕਦਾ ਹੈ, ਭਾਵ ਬਚਾ ਸਕਦਾ ਹੈ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਹੀ ਬਚਨ ਹੈ ਕਿ ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰਾਖ ਲਿਆ। ਸਤਿਗੁਰੂ ਜਿਹੜਾ ਹੁੰਦਾ ਹੈ ਜੀ, ਉਹ ਸਦਾ ਹੀ ਦਿਆਲ ਹੁੰਦਾ ਹੈ। ਉਹਦੇ ਵਿੱਚ ਕਦੀ ਕ੍ਰੋਧ ਨਹੀਂ ਹੁੰਦਾ, ਉਹਦੇ ਵਿੱਚ ਕਦੀ ਗੁੱਸਾ ਨਹੀਂ ਹੁੰਦਾ, ਉਹਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਹੁੰਦੀ। ਬਸ ਗੱਲ ਇੰਨੀ ਕੀ ਸਤਿਗੁਰੂ ਵੇਖਦਾ ਹੈ ਕਿ ਜੇ ਕੋਈ ਬੰਦਾ ਕੁਰਾਹੇ ਪਿਆ ਹੋਇਆ ਸੀ ਤੇ ਉਹ ਆਪਣੇ ਉਸ ਮਾੜੇ ਰਸਤੇ ਨੂੰ ਛੱਡ ਕੇ ਫਿਰ ਗੁਰੂ ਦੇ ਕੋਲ ਆ ਜਾਏ, ਤੇ ਗੁਰੂ ਫਿਰ ਉਸ ਨੂੰ ਬਖਸ਼ ਲੈਂਦਾ। ਤੇ ਗੁਰੂ ਜੀ ਨੇ ਲਿਖਿਆ, ਸਤ ਸੰਗਤ ਨਾਲ ਰਲਾਵੈ। ਉਸ ਬੰਦੇ ਨੂੰ ਫਿਰ ਉਹ ਸਤ ਸੰਗਤ ਦੇ ਨਾਲ ਮਿਲਾ ਲੈਂਦਾ, ਰਲਾ ਲੈਂਦਾ ਹੈ। ਤੇ ਜਿਹੜਾ ਬੰਦਾ ਸਤ ਸੰਗਤ ਵਿੱਚ ਆ ਜਾਂਦਾ ਹੈ, ਉਹ ਫਿਰ ਇਹ ਸਾਰੀਆਂ ਚੀਜ਼ਾਂ ਸਮਝਣ ਲੱਗ ਪੈਂਦਾ ਹੈ। ਤੇ ਜਿਵੇਂ ਜਿਵੇਂ ਬੰਦਾ ਸਤ ਸੰਗਤ ਵਿੱਚ ਆ ਕੇ ਸਾਰੀਆਂ ਚੀਜ਼ਾਂ ਸਮਝਣ ਲੱਗ ਪੈਂਦਾ ਹੈ,
ਤਿਵੇਂ ਤਿਵੇਂ ਉਸ ਦੇ ਜੀਵਨ ਵਿੱਚ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹ ਔਗਣਾਂ ਦਾ ਤਿਆਗ ਕਰਨ ਲੱਗ ਪੈਂਦਾ ਹੈ। ਜਿਵੇਂ ਜਿਵੇਂ ਗੁਣ ਵੱਧਦੇ ਨੇ ਤਿਵੇਂ ਤਿਵੇਂ ਇਨਸਾਨ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਇਨਸਾਨ ਚੰਗਾ ਬਣ ਜਾਂਦਾ ਹੈ ਤੇ ਵਾਹਿਗੁਰੂ ਜੀ ਦੇ ਦਰ ਤੋਂ ਉਸ ਨੂੰ ਬਖਸ਼ਿਸ਼ ਹਾਸਲ ਹੋ ਜਾਂਦੀ ਹੈ। ਸੋ ਬੰਦ ਨੰਬਰ 5 ਵਿੱਚ ਇਸ ਤਰ੍ਹਾਂ ਗੁਰੂ ਜੀ ਨੇ ਆਪਾਂ ਨੂੰ ਬਚਨ ਸਮਝਾਏ ਨੇ ਕਿ ਬਈ ਸੰਤਾਂ ਦੇ ਦੋਖੀ ਨੂੰ ਹੋਰ ਕੋਈ ਬਚਾਉਣ ਵਾਲਾ ਨਹੀਂ ਹੁੰਦਾ। ਉਹਦਿਆਂ ਮਾੜਿਆਂ ਕਰਮਾਂ ਤੋਂ ਜੇ ਸੰਤ ਨੂੰ ਚੰਗਾ ਲੱਗ ਜਾਏ, ਗੁਰੂ ਨੂੰ ਚੰਗਾ ਲੱਗ ਜਾਏ ਤੇ ਉਹ ਉਸ ਨੂੰ ਉਬਾਰ ਲੈਂਦਾ ਹੈ, ਭਾਵ ਉਹਨਾਂ ਮਾੜਿਆਂ ਕੰਮਾਂ ਤੋਂ ਬਚਾ ਲੈਂਦਾ ਹੈ। ਅੱਗੇ ਆਪਾਂ ਸ਼ੁਰੂ ਕਰਦੇ ਹਾਂ ਬੰਦ ਨੰਬਰ 6। ਅਸਲ ਵਿੱਚ ਸਾਰੀ ਅਸ਼ਟਪਦੀ ਵਿੱਚ ਹੀ ਇਹੋ ਹੀ ਜਿਹੜਾ ਹੈਗਾ ਟੌਪਿਕ ਚੱਲਦਾ ਰਹਿਣਾ ਹੈ। ਗੁਰੂ ਜੀ ਆਖਦੇ ਨੇ ਸੰਤ ਕਾ ਦੋਖੀ ਇਉਂ ਬਿਲ ਲਾਏ। ਬਿਲ ਲਾਏ ਦਾ ਮਤਲਬ ਹੁੰਦਾ ਹੈ ਵਿਲਕਣਾ, ਦੁਖੀ ਹੋਣਾ। ਕਿਵੇਂ ਵਿਲਕਦਾ ਸੰਤ ਦਾ ਦੋਖੀ, ਸੰਤ ਦੀ ਨਿੰਦਿਆ ਕਰਨ ਵਾਲਾ? ਜਿਉਂ ਜਲ ਬਿਹੂਣ ਮਛਲੀ ਤੜਫੜਾਏ। ਜਿਵੇਂ ਪਾਣੀ ਤੋਂ ਬਾਹਰ ਪਈ ਹੋਈ ਮੱਛੀ ਤੜਫਦੀ ਏ, ਇਸ ਤਰ੍ਹਾਂ ਸੰਤਾਂ ਦੀ ਨਿੰਦਿਆ ਕਰਨ ਵਾਲਾ ਜਾਂ ਸੰਤ ਦੀ ਨਿੰਦਿਆ ਕਰਨ ਵਾਲਾ ਇਸ ਤਰ੍ਹਾਂ ਵਿਲਕਦਾ ਰਹਿੰਦਾ, ਇਸ ਤਰ੍ਹਾਂ ਅੰਤਰਾਤਮੇ ਤੜਫਦਾ ਰਹਿੰਦਾ। ਉਹਨੂੰ ਸ਼ਾਂਤੀ ਨਹੀਂ ਮਿਲਦੀ, ਉਹਨੂੰ ਠੰਡ ਨਹੀਂ ਪਹੁੰਚਦੀ। ਜਿਹੜੇ ਭਲੇ ਲੋਕ ਹੁੰਦੇ ਨੇ ਜੀ, ਉਹ ਭਾਵੇਂ ਉਹਨਾਂ ਕੋਲ ਸ਼ਾਮ ਨੂੰ ਰੋਟੀ ਖਾਣ ਜੋਗੀ ਨਾ ਹੋਵੇ, ਉਹ ਜੋ ਵੀ ਰੁੱਖਾ ਸੁੱਖਾ ਖਾ ਕੇ ਉਹ ਬੜੀ ਸੁੱਖ ਦੀ ਨੀਂਦ ਸੌਂਦੇ ਨੇ। ਤੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਮਾੜਿਆਂ ਕਰਮਾਂ ਵਾਲੇ, ਉਹਨਾਂ ਕੋਲ ਜੋ ਮਰਜ਼ੀ ਹੋਵੇ, ਜਿੰਨਾ ਮਰਜ਼ੀ ਧਨ ਪਦਾਰਥ ਹੋਵੇ, ਸੱਚਾਈ ਇਹ ਆ ਜੀ ਕਿ ਉਹਨਾਂ ਨੂੰ ਰਾਤ ਨੂੰ ਨਾ ਨੀਂਦ ਦੀਆਂ ਗੋਲੀਆਂ ਲੈ ਕੇ ਸੌਣਾ ਪੈਂਦਾ ਹੈ। ਉਹਨਾਂ ਨੂੰ ਸਹੀ ਢੰਗ ਦੇ ਨਾਲ ਨੀਂਦ ਵੀ ਨਹੀਂ ਆਉਂਦੀ। ਤੇ ਇੱਥੇ ਜਿਹੜਾ ਤੜਫੜਾਏ ਦਾ ਮਤਲਬ ਬਿਲਕੁਲ ਇਹੋ ਹੀ ਹੈ ਕਿ ਉਹ ਆਪਣੇ ਜੀਵਨ ਵਿੱਚ ਅਸ਼ਾਂਤ ਰਹਿੰਦੇ ਨੇ। ਉਹਨਾਂ ਨੂੰ ਸੁੱਖ ਦੀ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਕਿਤੇ ਚੈਨ ਨਹੀਂ ਮਿਲਦਾ। ਬਸ ਉਹ ਹਰ ਵਕਤ ਤੜਫਦੇ ਹੀ ਰਹਿੰਦੇ ਨੇ, ਮਰ ਗਏ, ਫੜ ਲਓ। ਬਸ ਆਹੋ ਹੀ ਕੰਮ ਸਾਰੀ ਜ਼ਿੰਦਗੀ ਉਹ ਕਰਦੇ ਰਹਿੰਦੇ ਨੇ। ਕਿਤੇ ਪੈਸੇ ਦਾ ਨੁਕਸਾਨ ਹੋ ਜਾਏ ਤਾਂ ਰੋਈ ਜਾਂਦੇ ਨੇ। ਜੇ ਕਿਤੇ ਮੈਨੂੰ ਇੱਕ ਗੱਲ ਯਾਦ ਆ ਗਈ, ਇੱਕ ਨਾ ਉਹ ਤੁਰੇ ਜਾਂਦੇ ਸਨ, ਹਸਬੈਂਡ ਵਾਈਫ ਕਿਸੇ ਦੀ ਕਾਰ ਵਿੱਚ ਬੈਠੇ ਹੋਏ, ਤੇ ਉਹ ਜਿਹੜਾ ਹਸਬੈਂਡ ਸੀ ਨਾ, ਉਹ ਬੜਾ ਉਦਾਸ ਸੀ ਅੱਜ। ਤੇ ਜਿਹਦੀ ਕਾਰ ਵਿੱਚ ਬੈਠੇ ਸਨ, ਉਹ ਸੱਜਣ ਪੁੱਛਦਾ ਹੈ ਵੀ ਭਾਈ ਸਾਹਿਬ ਕੀ ਗੱਲ ਹੈ, ਤੁਸੀਂ ਬੜੇ ਉਦਾਸ ਨਜ਼ਰ ਆ ਰਹੇ ਹੋ, ਸਭ ਠੀਕ ਤਾਂ ਹੈ? ਉਹਨੇ ਆਖਿਆ ਠੀਕ ਹੈ, ਬਹੁਤ ਵੱਡਾ ਨੁਕਸਾਨ ਹੋ ਗਿਆ, ਇਸ ਲਈ ਮੈਂ ਉਦਾਸ ਹਾਂ। ਤੇ ਉਹ ਇੰਨੀ ਗੱਲ ਕਹਿ ਕੇ ਨਾ ਚੁੱਪ ਕਰ ਗਿਆ। ਤੇ ਉਹ ਕਾਰ ਵਾਲਾ ਭਾਈ ਉਹਦੀ ਵਾਈਫ ਨੂੰ ਪੁੱਛਦਾ, ਭੈਣੇ ਵੀ ਕੀ ਗੱਲ ਹੋ ਗਈ, ਕੀ ਨੁਕਸਾਨ ਹੋ ਗਿਆ, ਬੜਾ ਬੰਦਾ ਉਦਾਸ ਹੈ, ਤੇ ਤੁਸੀਂ ਇਹਦੀ ਘਰ ਵਾਲੀ ਹੋ, ਤੁਸੀਂ ਖੁਸ਼ ਹੋ ਵੀ ਇਹਦਾ ਇਕੱਲੇ ਦਾ ਨੁਕਸਾਨ ਹੋਇਆ, ਤੁਹਾਡਾ ਦੋਹਾਂ ਦਾ ਨਹੀਂ ਹੋਇਆ। ਉਹ ਕਹਿੰਦੀ ਹੈ ਨੁਕਸਾਨ ਤੇ ਸਾਡਾ ਦੋਹਾਂ ਦਾ ਹੀ ਹੈ, ਪਰ ਮੈਂ ਤੁਹਾਨੂੰ ਦੱਸਦੀ ਹਾਂ ਨੁਕਸਾਨ ਹੋਇਆ ਕੀ ਹੈ। ਇਹਨੇ ਇੱਕ ਬਿਜ਼ਨਸ ਕੀਤਾ ਸੀ ਤੇ ਇਹਨੂੰ ਲੱਗਦਾ ਸੀ ਕਿ ਉਹਦੇ ਵਿੱਚੋਂ ਮੈਨੂੰ 5-6 ਲੱਖ ਰੁਪਈਆ ਬਚ ਜਾਣਾ ਹੈ। ਜਦੋਂ ਬਿਜ਼ਨਸ ਸਿਰੇ ਚੜ੍ਹ ਜਾਏਗਾ, ਜਦੋਂ ਕੰਮ ਪੂਰਾ ਹੋ ਜਾਏਗਾ ਤੇ 5-6 ਲੱਖ ਬਚ ਜਾਣਾ ਹੈ। ਉਹ ਕੰਮ ਪੂਰਾ ਹੋ ਗਿਆ, ਬਿਜ਼ਨਸ ਕੰਪਲੀਟ ਹੋ ਗਿਆ ਹੈ ਤੇ ਇਹਨੂੰ 5-6 ਲੱਖ ਬਚਣ ਦੀ ਬਜਾਏ 3 ਲੱਖ ਬਚਿਆ ਹੈ। ਇਹ ਹੁਣ ਜਿਹੜਾ ਉਤਲਾ 1-2 ਲੱਖ ਜਿਹੜਾ ਨਹੀਂ ਨਾ ਇਹਨੂੰ ਬਚਿਆ, ਉਹਨੂੰ ਰੋਂਦਾ ਪਿਆ। ਇਹਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਮੈਨੂੰ 3 ਲੱਖ ਬਚਿਆ, ਉਹ ਨਹੀਂ ਦਿਸ ਰਿਹਾ। ਇਹਨੂੰ ਜਿਹੜਾ 2 ਲੱਖ ਨਹੀਂ ਬਚਿਆ, ਉਹ ਦਿਸਦਾ ਪਿਆ। ਇਸ ਤਰ੍ਹਾਂ ਇਹ ਜਿਹੜੇ ਵੱਡੇ ਲੋਕ ਹੁੰਦੇ ਨੇ, ਵੱਡੀ ਮਾਇਆ ਦੇ ਮਾਲਕ, ਉਹ ਇਸ ਤਰ੍ਹਾਂ ਹੀ ਰੋਂਦੇ ਰਹਿੰਦੇ ਨੇ ਸਾਰੀ ਜ਼ਿੰਦਗੀ, ਆਹੋ ਹੀ ਹਾਲ ਰਹਿੰਦਾ ਉਹਨਾਂ ਦਾ। ਤੇ ਜਿਹੜੇ ਮਾਤੜ ਸਾਥੀ ਹੁੰਦੇ ਨੇ, ਆਪਣਾ ਰੋਟੀ ਖਾਧੀ ਰੁੱਖੀ ਸੁੱਖੀ ਤੇ ਰਾਤ ਨੂੰ ਸੌਂ ਗਏ, ਸਵੇਰੇ ਉੱਠ ਕੇ ਫਿਰ ਕੰਮ ਕਰ ਲਿਆ, ਉਹ ਸੁੱਖ ਦੀ ਨੀਂਦ ਸੌਂਦੇ ਨੇ, ਉਹ ਤੜਫਦੇ ਨਹੀਂ ਹਨ। ਸੋ ਇੱਥੇ ਗੁਰੂ ਜੀ ਨੇ ਕੁਝ ਇਹੋ ਜਿਹਾ ਸਾਨੂੰ ਇਸ਼ਾਰਾ ਕਰਕੇ ਸਮਝਾਇਆ ਹੈ ਕਿ ਜਿਹੜੇ ਇਹੋ ਜਿਹੇ ਮਾੜੇ ਕਰਮਾਂ ਵਾਲੇ ਸੰਤਾਂ ਦੇ ਦੋਖੀ ਲੋਕ ਹੁੰਦੇ ਨੇ, ਉਹ ਇਸ ਤਰ੍ਹਾਂ ਵਿਲਕਦੇ ਰਹਿੰਦੇ ਨੇ, ਇਸ ਤਰ੍ਹਾਂ ਪਰੇਸ਼ਾਨ ਤੇ ਅਸ਼ਾਂਤ ਰਹਿੰਦੇ ਨੇ। ਉਹਨਾਂ ਦੀ ਤ੍ਰਿਸ਼ਨਾ ਜਿਹੜੀ ਉਹ ਕਦੇ ਨਹੀਂ ਬੁਝਦੀ।
संत का दोखी भूखा नहीं राजै। ਸੰਤਾਂ ਦਾ ਦੋਖੀ ਉਹ ਸਾਰੀ ਜ਼ਿੰਦਗੀ ਭੁੱਖਾ ਰਹਿੰਦਾ ਹੈ, ਰੱਜਦਾ ਨਹੀਂ। ਵੇਖੋ ਹੁਣ ਇਹਨਾਂ ਚੀਜ਼ਾਂ ਨੂੰ ਨਾ ਸਮਝਣ ਦੀ ਲੋੜ ਹੈ। ਕਿਤੇ ਉਹਨੂੰ ਇਹ ਨਹੀਂ ਕਿ ਉਹ ਰੋਟੀ ਖਾਂਦਾ ਨਹੀਂ ਰੱਜਦਾ, ਰੋਟੀ ਖਾ ਕੇ ਤੇ 3 ਵਾਰੀ ਰੱਜਦਾ ਉਹ। ਤੇ ਇੱਥੇ ਰੋਟੀ ਦੀ ਭੁੱਖ ਦੀ ਗੱਲ ਨਹੀਂ, ਇੱਥੇ ਵੀ ਨਾ ਉਹ ਤ੍ਰਿਸ਼ਨਾ ਜਿਹੜੀ ਸਾਡੀ ਬੁਝਦੀ ਨਹੀਂ, ਉਸੇ ਦੀ ਗੱਲ ਹੈ। ਗੁਰੂ ਜੀ ਨੇ ਲਿਖਿਆ, ਵਿਖਿਆ ਮਹਿ ਕਿਨ ਹੀ ਤ੍ਰਿਪਤ ਨਾ ਪਾਈ। ਵਿਖਿਆ ਦਾ ਇੱਥੇ ਅਰਥ ਹੈ ਜੀ ਮਾਇਆ। ਮਾਇਆ ਵਿੱਚ ਕਿਸੇ ਵੀ ਮਨੁੱਖ ਨੇ ਕਦੀ ਸ਼ਾਂਤੀ ਹਾਸਲ ਨਹੀਂ ਕੀਤੀ, ਚਾਹੇ ਉਹ ਜਿੰਨੀ ਹੋਵੇ। ਜਿੰਨੀ ਵੱਧਦੀ ਜਾਏ ਉਨੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ। ਕਿਵੇਂ ਵੱਧਦੀ ਹੈ? ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਪਾਵਕ ਮੈਨੇ ਅੱਗ, ਈਂਧਨ ਮੈਨੇ ਬਾਲਣ। ਜਿਵੇਂ ਅੱਗ ਦੇ ਉੱਤੇ ਬਾਲਣ ਪਾਈ ਜਾਈਏ ਤੇ ਉਹ ਅੱਗ ਨਹੀਂ ਰੱਜਦੀ, ਬਾਲਣ ਤੋਂ ਆਂਦੀ ਹੋਰ ਪਾਈ ਜੋ, ਹੋਰ ਪਾਈ ਜੋ, ਹੋਰ ਮੱਚਦੀ ਜਾਂਦੀ ਏ। ਇਸੇ ਤਰ੍ਹਾਂ ਉਹ ਬੰਦਾ ਜਿਹੜਾ ਸੰਤਾਂ ਦਾ ਦੋਖੀ ਏ, ਵਿਕਾਰਾਂ ਵਾਲੇ ਕਰਮ ਕਮਾਉਣ ਵਾਲਾ ਬੰਦਾ ਏ, ਉਹਦੀ ਤ੍ਰਿਸ਼ਨਾ ਨਹੀਂ ਕਦੀ, ਉਹਦਾ ਅੰਦਰ ਨਹੀਂ ਕਦੀ ਭਰਦਾ, ਉਹਦੀ ਕਦੀ ਨੀਅਤ ਨਹੀਂ ਰੱਜਦੀ। ਇਸ ਤਰ੍ਹਾਂ ਆਖੀਏ, ਉਹਦੀ ਨੀਅਤ ਨਹੀਂ ਕਦੀ ਰੱਜਦੀ। ਇਸ ਤਰ੍ਹਾਂ ਨਹੀਂ ਰੱਜਦੀ ਜਿਵੇਂ ਅੱਗ ਉੱਤੇ ਬਾਲਣ ਪਾਈ ਜੀਏ ਤੇ ਅੱਗ ਨਹੀਂ ਰੱਜਦੀ। ਤੇ ਗੁਰੂ ਜੀ ਨੇ ਆਖਿਆ, ਬਿਨ ਹਰ ਕਹਾਂ ਅਘਾਈ। ਅਘਾਈ ਦਾ ਮਤਲਬ ਹੁੰਦਾ ਰੱਜਣਾ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇਹ ਬੰਦਾ ਕਦੀ ਤ੍ਰਿਪਤ ਹੋ ਹੀ ਨਹੀਂ ਸਕਦਾ, ਕਦੇ ਰੱਜ ਹੀ ਨਹੀਂ ਸਕਦਾ। ਸੁਖਮਨੀ ਸਾਹਿਬ ਵਿੱਚ ਹੀ ਗੁਰੂ ਜੀ ਨੇ ਆਖਿਆ, ਆਪਾਂ ਸ਼ਾਇਦ ਪਹਿਲਾਂ ਕਰ ਚੁੱਕੇ ਹਾਂ, ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਰੱਜਦਾ ਨਹੀਂ, ਮਾਇਆ ਦੇ ਪਿੱਛੇ ਦੌੜਿਆ ਜਾਂਦਾ, ਦੌੜਿਆ ਜਾਂਦਾ ਹੈ ਤੇ ਉੱਥੇ ਚਲਾ ਜਾਂਦਾ ਜਿੱਥੋਂ ਮੁੜ ਕੇ ਪਿੱਛੇ ਮੁੜਨ ਦਾ ਰਾਹ ਹੀ ਨਹੀਂ ਰਹਿ ਜਾਂਦਾ। ਤੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਤੜਫਦਾ ਹੀ, ਵਿਲਕਦਾ ਹੀ, ਇਸ ਤਰ੍ਹਾਂ ਹੀ ਉਹ ਬੰਦਾ ਮਰ ਜਾਂਦਾ ਹੈ। ਸੰਤ ਕਾ ਦੋਖੀ ਭੂਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ। ਤਰਾਪੈ ਦਾ ਮਤਲਬ ਵੀ ਰੱਜਣਾ ਹੀ ਹੁੰਦਾ ਹੈ। ਜਿਵੇਂ ਅੱਗ ਬਾਲਣ ਪਾਇਆ ਕਦੇ ਨਹੀਂ ਰੱਜਦੀ, ਇਵੇਂ ਮਨੁੱਖ ਜਿਹਦੇ ਕੋਲ ਬਹੁਤ ਮਾਇਆ ਏ, ਉਹਦੀ ਤ੍ਰਿਸ਼ਨਾ ਕਦੇ ਨਹੀਂ ਭਰਦੀ। ਉਹ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਕੰਮ ਵੱਧਦਾ ਹੀ ਜਾਂਦਾ ਹੈ। ਅੱਗੇ ਗੁਰੂ ਜੀ ਨੇ ਆਖਿਆ, ਸੰਤ ਕਾ ਦੋਖੀ ਛੁਟੈ ਇਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤਾਂ ਦੀ ਨਿੰਦਿਆ ਕਰਨ ਵਾਲਾ ਇਕੱਲਾ ਰਹਿ ਜਾਂਦਾ ਹੈ। ਕਿਵੇਂ ਰਹਿ ਜਾਂਦਾ ਇਕੱਲਾ? ਜਿਉਂ ਬੁਆੜ ਤਿਲ। ਬੁਆੜ ਤਿਲ ਦਾ ਮਤਲਬ ਹੈ ਜੀ ਜਿਹੜਾ ਤਿਲ ਨਾ ਇੱਕ ਖੇਤੀ ਹੁੰਦੀ, ਤਿਲਾਂ ਦੀ ਛੋਟੇ ਛੋਟੇ ਪੌਦੇ ਹੁੰਦੇ ਨੇ ਤੇ ਉਹਨਾਂ ਵਿੱਚ ਤਿਲਾਂ ਦੇ ਬੀਜ ਪੈਂਦੇ ਨੇ। ਤੇ ਕਈ ਬੀਜ ਹੁੰਦੇ ਨੇ, ਬੂਟੇ ਹੁੰਦੇ ਨੇ ਜਿਨ੍ਹਾਂ ਦੇ ਬੂਟਾ ਵੀ ਵੱਡਾ ਹੋ ਜਾਂਦਾ ਹੈ, ਉਹਨੂੰ ਫੁੱਲ ਵੀ ਲੱਗਦੇ ਨੇ, ਉਹਨੂੰ ਫਲ ਵੀ ਲੱਗਦੇ ਨੇ, ਲੇਕਿਨ ਫਲਾਂ ਦੇ ਅੰਦਰ ਬੀਜ ਨਹੀਂ ਹੁੰਦਾ। ਉੱਥੇ ਫਲਾਂ ਦੇ ਉਹਦੇ ਅੰਦਰ ਸੁਆਹ ਰਹਿ ਜਾਂਦੀ, ਯਾਨੀ ਉਹ ਸੜਿਆ ਹੋਇਆ ਬੀਜ ਹੁੰਦਾ ਹੈ। ਉਸ ਨੂੰ ਬੁਆੜ ਤਿਲ ਆਖਦੇ ਨੇ। ਇਹ ਐਗਜ਼ਾਮਪਲ ਗੁਰੂ ਜੀ ਨੇ ਨਾ ਆਸਾ ਕੀ ਵਾਰ ਵਿੱਚ ਲਈ ਹੋਈ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ ਗੁਰੂ ਨਾ ਚੇਤਨੀ। ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ, ਜਿਵੇਂ ਸੰਤ ਕਾ ਦੋਖੀ ਛੁਟਿਆ ਹੀ ਕੇਲਾ, ਇਹ ਆਪਣੀ ਜ਼ਿੰਦਗੀ ਵਿੱਚ ਇਕੱਲੇ ਪੈ ਜਾਂਦੇ ਨੇ। ਇਹਨਾਂ ਦਾ ਕੋਈ ਸੱਜਣ ਨਹੀਂ ਰਹਿੰਦਾ, ਕੋਈ ਭਾਵੇਂ ਸ਼ਰਾਬ ਪੀਣ ਵਾਲੇ ਨਾਲ ਬਥੇਰੇ ਰਹਿੰਦੇ ਨੇ, ਪਰ ਸੱਜਣ ਨਹੀਂ ਕੋਈ ਹੁੰਦਾ। ਉਹ ਸਾਰੇ ਸਵਾਰਥੀ ਲੋਕ ਹੁੰਦੇ ਨੇ। ਜਿੰਨਾ ਚਿਰ ਉਹ ਪਿਆਉਂਦਾ ਖਵਾਉਂਦਾ ਰਹਿੰਦਾ, ਉਹਨਾਂ ਚਿਰ ਉਹਦੇ ਨਾਲ ਜੁੜੇ ਰਹਿੰਦੇ ਨੇ। ਜਿੱਦਣ ਉਹ ਖਵਾਉਣੋਂ ਪਿਆਉਣੋਂ ਹਟ ਜਾਂਦਾ ਹੈ ਜਾਂ ਉਹਦੇ ਤੋਂ ਉਹਨਾਂ ਦਾ ਸਵਾਰਥ ਨਹੀਂ ਪੂਰਾ ਹੁੰਦਾ, ਉਦੋਂ ਉਹ ਪਿੱਛੇ ਹਟ ਜਾਂਦੇ ਨੇ। ਉਹਦੇ ਸੱਜਣ ਨਹੀਂ ਹੁੰਦੇ, ਅਸਲ 'ਚ ਉਹ ਸਵਾਰਥੀ ਲੋਕ ਹੁੰਦੇ ਨੇ। ਤੇ ਇਹੋ ਜਿਹਾ ਬੰਦਾ ਜ਼ਿੰਦਗੀ ਵਿੱਚ ਇਕੱਲਾ ਹੀ ਰਹਿ ਜਾਂਦਾ ਹੈ। ਕਿਵੇਂ? ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਜਿਵੇਂ ਇਹ ਸੜੇ ਹੋਏ ਬੀਜਾਂ ਵਾਲਾ ਤਿਲ ਦਾ ਬੂਟਾ ਖੇਤ ਵਿੱਚ ਇਕੱਲਾ ਹੀ ਰਹਿ ਜਾਂਦਾ, ਕਿਉਂਕਿ ਜਿਹੜੇ ਫਲਦਾਰ ਬੂਟੇ ਹੁੰਦੇ ਨੇ ਉਹਨਾਂ ਨੂੰ ਤੇ ਜ਼ਿਮੀਂਦਾਰ ਆਉਂਦੇ ਨੇ ਤੇ ਆਪਣਾ ਵੱਢ ਕੇ ਲੈ ਜਾਂਦੇ ਨੇ, ਉਹਨਾਂ ਦੀ ਖੇਤੀ ਉਹਨਾਂ ਲਿਜਾਣੀ ਲੈ ਜਾਣੀ ਹੈ।
ਲੇਕਿਨ ਜਿਹੜੇ ਬੂਟੇ ਵਿੱਚ ਤਿਲ ਨਹੀਂ ਪਏ, ਬੀਜ ਨਹੀਂ ਪਏ, ਉਹਨਾਂ ਨੂੰ ਉੱਥੇ ਹੀ ਛੱਡ ਜਾਂਦੇ ਨੇ, ਉਹਨਾਂ ਨੂੰ ਨਾਲ ਨਹੀਂ ਲਿਜਾਂਦੇ। ਉਹਦੀ ਉਦਾਹਰਨ ਗੁਰੂ ਨਾਨਕ ਸਾਹਿਬ ਨੇ ਲਈ ਹੈ। ਨਾਨਕ ਗੁਰੂ ਨਾ ਚੇਤਨੀ, ਜਿਹੜੇ ਇਹੋ ਜਿਹੇ ਬੰਦੇ ਗੁਰੂ ਨੂੰ ਨਹੀਂ ਚੇਤਦੇ, ਯਾਨੀ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦੇ, ਮਨ ਆਪਣੇ ਸੁਚੇਤ ਅਤੇ ਆਪਣੇ ਮਨ ਹੀ ਮਨ ਉਹ ਬੜੇ ਚਲਾਕ, ਬੜੇ ਸਮਝਦਾਰ, ਬੜੇ ਸਿਆਣੇ ਬਣੇ ਰਹਿੰਦੇ ਨੇ। ਉਹਨਾਂ ਦੀ ਦਸ਼ਾ ਇਹ ਹੁੰਦੀ ਹੈ ਜੀ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਜਿਵੇਂ ਉਹ ਬੁਆੜ, ਜਿਸ ਤਿਲਾਂ ਦੇ ਬੂਟੇ ਵਿੱਚ ਬੀਜ ਨਹੀਂ ਪਏ, ਜਿਵੇਂ ਜ਼ਿਮੀਂਦਾਰ ਉਸ ਨੂੰ ਛੱਡ ਜਾਂਦੇ ਨੇ, ਬਾਕੀ ਬੂਟਿਆਂ ਨੂੰ ਵੱਢ ਕੇ ਜਾਂ ਪੁੱਟ ਕੇ ਲੈ ਜਾਂਦੇ ਨੇ, ਤੇ ਉਹ ਬੁਆੜ ਤਿਲ ਜਿਹੜਾ ਹੈਗਾ ਬੂਟਾ ਉੱਥੇ ਹੀ ਰਹਿ ਜਾਂਦਾ। ਸੁੰਨੇ ਅੰਦਰ ਖੇਤ, ਉਹ ਖੇਤ ਵਿੱਚ ਇਕੱਲਾ ਹੀ ਰਹਿ ਜਾਂਦਾ ਹੈ। ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ। ਉਹ ਖੇਤ ਵਿੱਚ ਜਿਹੜਾ ਬੂਟਾ ਰਹਿ ਗਿਆ ਨਾ ਜੀ, ਸਤਿਗੁਰੂ ਆਖਦੇ ਨੇ ਉਹਦੇ ਸੈਂਕੜੇ ਖਸਮ ਬਣ ਜਾਂਦੇ ਨੇ। ਤੇ ਸੈਂਕੜੇ ਖਸਮ ਜਿਹਦੇ ਹੁੰਦੇ ਨੇ, ਇਹਦਾ ਮਤਲਬ ਇਹ ਹੁੰਦਾ ਜੀ ਉਹਦਾ ਕੋਈ ਵੀ ਖਸਮ ਨਹੀਂ, ਉਹਦਾ ਕੋਈ ਵੀ ਮਾਲਕ ਨਹੀਂ। ਇਹਦਾ ਮਤਲਬ ਇਹ ਹੁੰਦਾ ਹੈ, ਕਈ ਵਾਰੀ ਆਪਾਂ ਇਹ ਗੱਲ ਸੁਣੀ ਹੈ ਲੋਕਾਂ ਦੇ ਮੂੰਹ ਕਿ ਉਹਦੇ ਤੇ 100 ਖਸਮ ਨੇ। ਇਹਦਾ ਮਤਲਬ ਇਹੋ ਹੀ ਲਿਆ ਜਾਂਦਾ ਕਿ ਉਹਦਾ ਇੱਕ ਵੀ ਨਹੀਂ। ਜਿਹੜਾ ਇਹੋ ਜਿਹਾ ਤਿਲਾਂ ਦਾ ਬੂਟਾ ਖੇਤ ਵਿੱਚ ਛੁੱਟਿਆ ਰਹਿ ਜਾਂਦਾ ਹੈ, ਜ਼ਿਮੀਂਦਾਰ ਛੱਡ ਜਾਂਦੇ ਨੇ, ਉਸ ਬੂਟੇ ਦਾ ਕੋਈ ਵੀ ਮਾਲਕ ਨਹੀਂ ਰਹਿ ਜਾਂਦਾ। ਕੋਈ ਉਹਨੂੰ ਤੋੜ ਕੇ ਲੈ ਜਾਏ, ਪੁੱਟ ਕੇ ਲੈ ਜਾਏ, ਖਾ ਜਾਏ, ਵੱਢ ਜਾਏ, ਸੁੱਟ ਜਾਏ, ਜੋ ਮਰਜ਼ੀ ਕਰ ਜਾਏ। ਗੁਰੂ ਜੀ ਆਖਦੇ ਨੇ ਫਲੀਆਂ ਫੁੱਲੀਆਂ ਹੈ ਬਪੁੜੇ। ਬਪੁੜੇ ਦਾ ਮਤਲਬ ਇਹ ਵਿਚਾਰੇ, ਉਹ ਵਿਚਾਰੇ ਬੂਟੇ ਫਲਦੇ ਵੀ ਨੇ, ਫੁੱਲਦੇ ਵੀ ਨੇ, ਭੀ ਤਨ ਵਿੱਚ ਸੁਆ, ਲੇਕਿਨ ਉਹਨਾਂ ਦੇ ਸਰੀਰ ਵਿੱਚ, ਯਾਨੀ ਉਹਨਾਂ ਡੋਡੀਆਂ ਵਿੱਚ ਜਿੱਥੇ ਬੀਜ ਪੈਣੇ ਸੀ, ਉੱਥੇ ਕਾਲਖ ਰਹਿ ਜਾਂਦੀ ਹੈ, ਸੁਆਹ ਰਹਿ ਜਾਂਦੀ ਹੈ। ਇਸ ਲਈ ਉਹ ਨਖਸਮੇ ਬਣ ਜਾਂਦੇ ਨੇ, ਉਹਨਾਂ ਦਾ ਕੋਈ ਮਾਲਕ ਨਹੀਂ ਰਹਿ ਜਾਂਦਾ। ਇਹੋ ਹੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਬਈ ਇਹੋ ਜਿਹੇ ਲੋਕ ਹੁੰਦੇ ਨੇ, ਵਿਕਾਰੀ ਮਨੁੱਖ, ਸੰਤਾਂ ਦੀ ਨਿੰਦਿਆ ਕਰਨ ਵਾਲੇ, ਉਹ ਆਪਣੇ ਜੀਵਨ ਵਿੱਚ ਇਕੱਲੇ ਹੀ ਰਹਿ ਜਾਂਦੇ ਨੇ। ਉਹ ਸਵਾਰਥੀ ਲੋਕਾਂ ਦਾ ਟੋਲਾ ਸਭ ਉਹਨਾਂ ਦਾ ਸਾਥ ਛੱਡ ਜਾਂਦਾ। ਜਿਵੇਂ ਖੇਤ ਦੇ ਅੰਦਰ ਤਿਲਾਂ ਦਾ ਬੂਟਾ ਨਖਸਮਾ ਰਹਿ ਗਿਆ, ਜਿਹਦੇ ਵਿੱਚ ਬੀਜ ਨਾ ਪਏ। ਸੋ ਇੱਥੇ ਬੀਜ ਕਿਹੜੇ ਪੈਣੇ ਨੇ ਸਾਡੇ ਅੰਦਰ, ਮਨੁੱਖ ਦੇ ਅੰਦਰ? ਸ਼ੁਭ ਗੁਣਾ ਰੂਪੀ ਚੰਗੇ ਅਮਲ ਕਰਨੇ ਨੇ, ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ, ਪਰਉਪਕਾਰ ਦੇ ਕੰਮ ਕਰਨੇ ਨੇ, ਸੇਵਾ ਕਰਨੀ। ਇਹ ਸਾਰੇ ਚੰਗੇ ਗੁਣ ਜਿਹੜੇ ਨੇ, ਇਹੋ ਹੀ ਸਾਡੇ ਅੰਦਰ ਦਾ ਬੀਜ ਹਨ। ਜੇ ਸਾਡੇ ਅੰਦਰ ਇਹ ਗੁਣ ਆ ਗਏ ਤੇ ਅਸੀਂ ਸ਼ੁਭ ਗੁਣਾਂ ਦੇ ਨਾਲ ਫਲੀਭੂਤ ਹੋਵਾਂਗੇ। ਜੇ ਸ਼ੁਭ ਗੁਣ ਨਾ ਆਏ ਤੇ ਫਿਰ ਮੰਨੋ ਅਸੀਂ ਇਸ ਮੈਦਾਨ ਦੇ ਅੰਦਰ, ਜ਼ਿੰਦਗੀ ਰੂਪੀ ਮੈਦਾਨ ਦੇ ਅੰਦਰ, ਖੇਤ ਦੇ ਅੰਦਰ ਇਕੱਲੇ ਹੀ ਰਹਿ ਜਾਵਾਂਗੇ। ਸਾਡਾ ਕੋਈ ਸੰਗੀ ਸਾਥੀ ਨਹੀਂ ਹੋਏਗਾ, ਨਾ ਗੁਰੂ ਸਾਡੀ ਬਾਂਹ ਫੜੇਗਾ, ਨਾ ਸੰਤ ਕੋਈ ਸਾਡੀ ਬਾਂਹ ਫੜੇਗਾ, ਨਾ ਰੱਬ ਸਾਡੀ ਬਾਂਹ ਫੜੇਗਾ। ਫਿਰ ਅਸੀਂ ਆਪਣਾ ਬੀਜਿਆ ਸਾਨੂੰ ਆਪ ਹੀ ਵੱਢਣਾ ਪਏਗਾ, ਖਾਣਾ ਪਏਗਾ। ਅੱਗੇ ਗੁਰੂ ਜੀ ਨੇ ਆਖਿਆ, ਸੰਤ ਕਾ ਦੋਖੀ ਧਰਮ ਤੇ ਰਹਿਤ। ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਮਿਥਿਆ ਦਾ ਮਤਲਬ ਹੈ ਝੂਠ। ਜਿਹੜਾ ਸੰਤਾਂ ਦਾ ਦੋਖੀ ਬੰਦਾ ਹੁੰਦਾ, ਉਹ ਸਦਾ ਹੀ ਜ਼ਿੰਦਗੀ ਵਿੱਚ ਝੂਠ ਬੋਲਦਾ ਰਹਿੰਦਾ ਹੈ, ਕਿਉਂਕਿ ਉਹ ਨਿੰਦਿਆ ਜਿਹੜੀ ਕਰ ਰਿਹਾ ਉਹ ਹੁੰਦੀ ਹੀ ਝੂਠੀ, ਉਹ ਹੁੰਦਾ ਹੀ ਝੂਠ ਹੈ। ਨਿੰਦਿਆ ਉਸੇ ਨੂੰ ਹੀ ਕਹਿੰਦੇ ਨੇ ਜਿਹੜਾ ਝੂਠ ਬੋਲਿਆ ਜਾਂਦਾ ਹੈ। ਕਿਸੇ ਦੇ ਬਾਰੇ ਅਸੀਂ ਆਖੀਏ ਉਹ ਬੜਾ ਚੰਗਾ ਹੈ, ਪਰ ਉਹ ਚੰਗਾ ਨਾ ਹੋਵੇ, ਇਹ ਉਹਦੀ ਝੂਠੀ ਉਸਤਤ ਹੈ। ਜੇ ਕੋਈ ਬਹੁਤ ਚੰਗਾ ਆਦਮੀ ਤੇ ਅਸੀਂ ਉਹਨੂੰ ਕਹਿੰਦੇ ਉਹ ਚੰਗਾ ਨਹੀਂ, ਇਹ ਉਹਦੀ ਝੂਠੀ ਨਿੰਦਿਆ ਹੈ। ਸੋ ਝੂਠ ਬੋਲਣਾ ਹੀ ਨਿੰਦਿਆ ਹੁੰਦੀ ਹੈ। ਸੋ ਇੱਕ ਤਾਂ ਉਹ ਸਦਾ ਹੀ ਸਦ ਮਿਥਿਆ ਕਹਿਤ, ਜਿਹੜੀ ਨਿੰਦਿਆ ਕਰ ਰਿਹਾ ਉਹ ਸਦਾ ਹੀ ਝੂਠ ਬੋਲ ਰਿਹਾ ਹੈ। ਦੂਸਰਾ ਉਹ ਧਰਮ ਤੋਂ ਰਹਿਤ। ਆਪਾਂ ਨਾ ਧਰਮ ਬਾਰੇ ਪਹਿਲਾਂ 5-4 ਸਾਲ ਵਾਹਵਾ ਲੰਮੀ ਚੌੜੀ ਗੱਲਬਾਤ ਕੀਤੀ ਸੀ, ਤੇ ਧਰਮ ਦੇ ਸੰਬੰਧ ਵਿੱਚ ਅੱਜ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਹੋਰ ਗੱਲ ਕਰਨਾ ਚਾਹੁੰਦਾ। ਧਰਮ ਹੈ ਕਿ ਇਹ ਜੋ ਗੁਰਬਾਣੀ ਸਾਨੂੰ ਦੱਸਦੀ ਹੈ, ਜਿਹੜਾ ਆਪਾਂ ਬਣਾਇਆ ਹੈ ਨਾ ਜੀ, ਮਨੁੱਖਤਾ ਨੇ, ਯਾਨੀ ਕੋਈ ਆਪਾਂ ਇਕੱਲਿਆਂ ਸਿੱਖਾਂ ਨੇ ਨਹੀਂ, ਸਾਰੀ ਮਾਨਵਤਾ ਨੇ ਜਿਹੜੇ ਧਰਮ ਬਣਾ ਲਏ ਨੇ,
ਇਹ ਕੋਈ ਧਰਮ ਨਹੀਂ ਹਨ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਬਚਨ, ਜਿਵੇਂ ਆਪਾਂ ਕਈ ਵਾਰੀ ਉਹ ਪੜ੍ਹਦੇ ਹੁੰਦੇ ਆ ਕਿ ਸੁਖਮਨੀ ਸਾਹਿਬ ਜੀ ਦੇ ਵਿੱਚੋਂ, ਕਿ ਜਿਹੜਾ ਚੰਗੇ ਕਰਮ ਕਰਨੇ ਤੇ ਵਾਹਿਗੁਰੂ ਜੀ ਦਾ ਨਾਮ ਜਪਣਾ ਉਹ ਹੀ ਸੱਚਾ ਧਰਮ ਹੈ। ਇੱਥੇ ਗੁਰੂ ਮਹਾਰਾਜ ਜੀ ਨੇ ਕੀ ਆਖਿਆ ਹੈ? ਤਜ ਸਭ ਭਰਮ ਭਜਿਓ ਪਾਰ ਬ੍ਰਹਮ। ਸਾਰਿਆਂ ਭਰਮਾਂ ਦਾ ਤਿਆਗ ਕਰ ਦਿੱਤਾ। ਆਪਾਂ ਨੂੰ ਬੜੇ ਭਰਮ ਪਏ ਹੋਏ ਨੇ ਜੀ, ਆਪਾਂ ਕੋਸ਼ਿਸ਼ ਕਰੀਏ ਇਹਨਾਂ ਵਹਿਮਾਂ ਭਰਮਾਂ ਨੂੰ ਛੱਡ ਦਈਏ, ਇਹਨਾਂ ਵਹਿਮਾਂ ਭਰਮਾਂ ਦਾ ਤਿਆਗ ਕਰੀਏ ਤੇ ਭਰਮਾਂ ਤੋਂ ਆਜ਼ਾਦ ਹੋ ਕੇ ਭਜਿਓ ਪਾਰ ਬ੍ਰਹਮ। ਜਿਸ ਵੀ ਕਿਸੇ ਬੰਦੇ ਨੇ ਸਾਰਿਆਂ ਵਹਿਮਾਂ ਭਰਮਾਂ ਨੂੰ, ਸਾਰਿਆਂ ਕਰਮ ਕਾਂਡਾਂ ਨੂੰ ਛੱਡ ਕੇ ਵਾਹਿਗੁਰੂ ਜੀ ਨੂੰ ਜਪਿਆ, ਉਹਦੇ ਨਾਮ ਦਾ ਸਿਮਰਨ ਕੀਤਾ, ਕਹੋ ਨਾਨਕ ਅਟਲ ਇਹ ਧਰਮ। ਸਤਿਗੁਰੂ ਆਖਦੇ ਨੇ ਆਹ ਧਰਮ ਹੈ ਮਨੁੱਖਤਾ ਲਈ, ਕਿ ਉਹਨਾਂ ਨੂੰ ਚਾਹੀਦਾ ਉਹ ਸਾਰੇ ਵਹਿਮ ਭਰਮ ਛੱਡ ਦੇਣ, ਸਾਰੇ ਕਰਮ ਕਾਂਡ ਤਿਆਗ ਦੇਣ, ਵਾਹਿਗੁਰੂ ਜੀ ਦੀ ਭਗਤੀ ਕਰਨ। ਇਹ ਅਟਲ ਰਹਿਣ ਵਾਲਾ ਧਰਮ ਹੈ, ਸਦਾ ਨਾਲ ਨਿਭਣ ਵਾਲਾ ਧਰਮ ਹੈ। ਇਹ ਹੈ ਸੱਚਾ ਧਰਮ, ਹੋਰ ਕੋਈ ਸੱਚਾ ਧਰਮ ਨਹੀਂ। ਸਾਰੀ ਮਨੁੱਖਤਾ ਲਈ ਧਰਮ ਹੀ ਅਸਲ ਵਿੱਚ ਆ ਹੈ, ਹੋਰ ਕੋਈ ਧਰਮ ਨਹੀਂ। ਬਾਕੀ ਸਭ ਮਜ਼ਹਬ ਨੇ, ਟੋਲੀਆਂ ਨੇ, ਜਥੇਬੰਦੀਆਂ ਨੇ, ਫਿਰਕੇ ਨੇ, ਸੰਪਰਦਾਵਾਂ ਨੇ, ਇਹ ਸਭ ਜੋ ਹੈ ਭਲਾ ਹੀ ਹੈ, ਉਹ ਵੀ ਚੰਗਾ ਹੈ, ਮਾੜਾ ਨਹੀਂ ਆਪਾਂ ਕਹਿੰਦੇ ਕਿਸੇ ਨੂੰ, ਲੇਕਿਨ ਉਹ ਧਰਮ ਨਹੀਂ ਹੈ। ਧਰਮ ਹੈ ਵਾਹਿਗੁਰੂ ਦੀ ਭਗਤੀ ਕਰਨਾ, ਧਰਮ ਹੈ ਵਹਿਮਾਂ ਭਰਮਾਂ ਤੋਂ ਆਜ਼ਾਦ ਹੋ ਜਾਣਾ, ਧਰਮ ਹੈ ਕਰਮ ਕਾਂਡਾਂ ਦਾ ਤਿਆਗ ਕਰ ਦੇਣਾ। ਸੋ ਇੱਕ ਨਾ ਜੀ, ਮੈਂ ਜਦੋਂ ਆਪਾਂ ਸਹਿਸਕ੍ਰਿਤੀ ਸ਼ਲੋਕ ਪੜ੍ਹੇ ਸਨ ਨਾ, ਤੇ ਉਹਨਾਂ ਦੀ ਵਿਚਾਰ ਕੀਤੀ ਸੀ, ਤੇ ਮੈਨੂੰ ਇਸ ਤਰ੍ਹਾਂ ਮਾੜਾ ਯਾਦ ਹੈ ਕਿ ਮੈਂ ਉਦੋਂ ਉਹ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ। ਉਹ ਬਚਨ ਇੱਕ ਛੋਟੀ ਜੀ ਕਿਤਾਬ ਹੈ ਜੀ, ਕੋਈ 90 ਜਾਂ 100 ਪੇਜਸ ਨੇ ਉਹਦੇ, ਛੋਟੇ ਛੋਟੇ ਹੀ। ਉਸ ਨੂੰ ਸਾਰ ਕੁਤਾਵਲੀ ਆਖਦੇ ਨੇ। ਵੈਸੇ ਇਹਦਾ ਪੂਰਾ ਨਾਂ ਹੈ ਸਾਰ ਉਕਤ ਵਲੀ, ਸਾਰ ਉਕਤ ਵਲੀ, ਸ੍ਰੇਸ਼ਟ ਉਕਤੀਆਂ ਜੁਗਤੀਆਂ ਵਾਲੀ। ਤੇ ਇਹਨੂੰ ਜਦੋਂ ਸਾਰੇ ਜੋੜ ਕੇ ਇਕੱਠਾ ਸ਼ਬਦ ਬਣਾ ਦਿੰਦੇ ਤੇ ਉਦੋਂ ਬਣ ਜਾਂਦਾ ਸਾਰ ਕੁਤਾਵਲੀ। ਇੱਕ ਪੰਡਿਤ ਹੋਏ ਨੇ ਹਰਦਿਆਲ ਜੀ, ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਨਹੀਂ, ਬਾਅਦ ਵਾਲੇ ਹੋਏ ਨੇ। ਇਹ ਉਹਨਾਂ ਦੀ ਲਿਖਤ ਸੰਸਕ੍ਰਿਤ ਵਿੱਚ ਹੈਗੀ ਹੈ ਸਾਰ ਕੁਤਾਵਲੀ। ਤੁਹਾਨੂੰ ਜੇ ਕਿਸੇ ਨੂੰ ਸੰਸਕ੍ਰਿਤ ਆਉਂਦੀ ਹੋਵੇ ਤੇ ਜ਼ਰੂਰ ਪੜ੍ਹੋ, ਕਿਤਾਬ ਬਹੁਤ ਚੰਗੀ ਹੈ। ਤੇ ਇਹਦਾ ਪੰਜਾਬੀ ਵਿੱਚ ਟੀਕਾ ਕੀਤਾ ਗਿਆਨੀ ਭਗਵਾਨ ਸਿੰਘ ਜੀ ਨੇ। ਤੇ ਉਹਦੇ ਵਿੱਚ ਨਾ ਉਹਨਾਂ ਨੇ ਧਰਮ ਦੀਆਂ 10 ਨਿਸ਼ਾਨੀਆਂ ਦੱਸੀਆਂ ਨੇ, ਤੁਸੀਂ ਨੋਟ ਕਰ ਲੈਣਾ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ। ਖਿਮਾ ਮੈਨੇ ਕਿਸੇ ਦੇ ਗੁਨਾਹ ਨੂੰ ਮੁਆਫ ਕਰ ਦੇਣਾ। ਅਹਿੰਸਾ ਮੈਨੇ ਜੀਵ ਹੱਤਿਆ ਨਾ ਕਰਨੀ ਕਿਸੇ ਪ੍ਰਕਾਰ ਦੀ ਵੀ, ਨਾ ਮਨ ਕਰਕੇ, ਨਾ ਬਚਨਾ ਕਰਕੇ ਤੇ ਨਾ ਕਰਮਾਂ ਕਰਕੇ। ਤਿੰਨਾਂ ਤਰ੍ਹਾਂ ਨਾਲ ਅਹਿੰਸਾ ਨਹੀਂ ਕਰਨੀ। ਕਿਸੇ ਦਾ ਦਿਲ ਦਿਖਾਉਣਾ ਵੀ ਅਹਿੰਸਾ ਹੁੰਦਾ। ਸੋ ਇਹ ਕਰਮ ਆਪਾਂ ਨਹੀਂ ਕਰਨੇ। ਇਹ ਸਾਨੂੰ ਇਹ ਧਰਮ ਦੀਆਂ ਨਿਸ਼ਾਨੀਆਂ ਨੇ ਜੀ। ਜਿਹੜੇ ਬੰਦੇ ਇਹ ਕਰਮ ਕਰਦੇ ਨੇ ਉਹ ਧਰਮੀ ਹੁੰਦੇ ਹੋਏ ਵੀ ਧਰਮੀ ਨਹੀਂ ਹੁੰਦੇ। ਸੋ ਇਹ ਗੱਲ ਸਮਝਣ ਵਾਲੀ ਹੈ। 5 ਕਕਾਰ ਪਾ ਕੇ ਕੋਈ ਬੰਦਾ ਆਹ ਕਰਮ ਕਰਦਾ ਹੈ, ਉਹ ਧਰਮੀ ਨਹੀਂ ਹੋ ਸਕਦਾ। ਸੋ ਪਹਿਲੀ ਗੱਲ ਖਿਮਾ, ਦੂਜਿਆਂ ਦੇ ਗੁਨਾਹਾਂ ਨੂੰ ਮੁਆਫ ਕਰ ਦੇਣਾ। ਦੂਜਾ ਅਹਿੰਸਾ, ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ। ਅਹਿੰਸਾ ਜਿਹੜੀ ਹਿੰਸਾ ਹੈ ਉਹ ਨਹੀਂ ਕਰਨੀ, ਮਾਰਨਾ ਨਹੀਂ ਜੀਵਨ। ਦਇਆ, ਸਭਨਾਂ ਉੱਤੇ ਦਇਆ ਕਰਨੀ। ਦਇਆ ਦਾ ਮਤਲਬ ਹੁੰਦਾ ਹੈ ਤਰਸ ਕਰਨਾ। ਕਿਸੇ ਦਾ ਦੁੱਖ ਵੇਖ ਕੇ, ਕਿਸੇ ਦੀ ਗਰੀਬੀ ਵੇਖ ਕੇ, ਉਹਦੇ ਤੇ ਤਰਸ ਕਰਕੇ ਜੋ ਆਪਾਂ ਉਹਦੀ ਸਹਾਇਤਾ ਕਰ ਸਕਦੇ ਹਾਂ। ਆਪਾਂ ਇਹ ਤਾਂ ਨਹੀਂ ਕਿ ਸਾਰੀ ਦੁਨੀਆ ਨੂੰ ਰਜਾ ਦਿਆਂਗੇ, ਪਰ ਜੋ ਆਪਾਂ ਕਰ ਸਕਦੇ ਹਾਂ ਕਿਸੇ ਲਈ, ਉਹਨਾਂ ਕੁ ਸਾਨੂੰ ਕਰ ਦੇਣਾ ਚਾਹੀਦਾ। ਇਸ ਨੂੰ ਦਇਆ ਆਖਦੇ ਨੇ। ਮ੍ਰਿਦ ਦਾ ਮਤਲਬ ਹੁੰਦਾ ਹੈ ਮਿੱਠੇ ਬਚਨ ਬੋਲਣਾ, ਮਿਠਾਸ ਜੀਵਨ ਵਿੱਚ ਆਉਣੀ, ਬਚਨਾਂ ਵਿੱਚ, ਕਰਮਾਂ ਵਿੱਚ, ਮਨ ਵਿੱਚ ਮਿਠਾਸ ਦਾ ਹੋਣਾ। ਮ੍ਰਿਦ। ਸਤ ਬਚਨ, ਸਤ ਬਚਨ ਦਾ ਮਤਲਬ ਹੈ ਹਮੇਸ਼ਾ ਸੱਤ ਬੋਲਣਾ, ਝੂਠ ਨਹੀਂ ਕਦੇ ਬੋਲਣਾ। ਤਪ ਦਾ ਮਤਲਬ ਹੁੰਦਾ ਸਿੱਖੀ ਵਿੱਚ ਜੀ ਸੇਵਾ ਕਰਨਾ, ਭਜਨ ਕਰਨਾ। ਦਾਨ ਦਾ ਮਤਲਬ ਹੁੰਦਾ ਸੇਵਾ ਕਰਨਾ। ਤਪ ਦਾ ਮਤਲਬ ਹੈ ਬੰਦਗੀ ਕਰਨਾ, ਭਜਨ ਕਰਨਾ, ਤੇ ਦਾਨ ਦਾ ਮਤਲਬ ਹੈ ਸੇਵਾ ਕਰਨਾ। ਅੱਗੇ ਹੈ ਸੀਲ,
ਸੀਲ ਦਾ ਮਤਲਬ ਹੈ ਚੰਗਾ ਸੁਭਾਅ ਹੋਣਾ, ਨਿਮਰਤਾ ਵਾਲਾ, ਸਦਗੁਣਾਂ ਵਾਲਾ, ਉੱਚਾ ਆਚਰਨ ਹੋਣਾ ਬੰਦੇ ਦਾ, ਇਸ ਨੂੰ ਸੀਲ ਸੁਭਾਅ ਆਖਦੇ ਨੇ। ਇਹ ਸੌਚ ਸ਼ਬਦ ਜਿਹੜਾ ਨਾ ਸ਼ੌਚ ਤੋਂ ਬਣਿਆ ਹੋਇਆ ਹੈ, ਪਵਿੱਤਰਤਾ। ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ ਪਵਿੱਤਰਤਾ ਹੋਣੀ ਬੰਦੇ ਦੇ ਜੀਵਨ ਵਿੱਚ। ਤ੍ਰਿਸ਼ਨਾ ਬਿਨਾ, ਅੰਦਰ ਤ੍ਰਿਸ਼ਨਾ ਨਾ ਹੋਣੀ। ਇਹ ਜੀ 10 ਚੀਜ਼ਾਂ ਨੇ, ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸ਼ੌਚ, ਤ੍ਰਿਸ਼ਨਾ ਬਿਨਾ, ਧਰਮ ਲਿੰਗ 10 ਜਾਣ। ਇੱਥੇ ਲਿੰਗ ਦਾ ਮਤਲਬ ਜੀ ਚੇਹਨ। ਧਰਮ ਦੇ ਇਹ 10 ਚੇਹਨ ਜਾਣ ਲਵੋ। ਆਹ ਨੇ ਜੀ ਧਰਮ ਦੀਆਂ ਨਿਸ਼ਾਨੀਆਂ। ਜਿਹੜੇ ਬੰਦੇ ਵਿੱਚ ਇਹ ਗੁਣ ਨੇ ਉਹ ਧਰਮੀ ਮਨੁੱਖ ਹੈ। ਜਿਸ ਬੰਦੇ ਵਿੱਚ ਇਹ ਗੁਣ ਨਹੀਂ ਉਹ ਧਰਮੀ ਹੁੰਦਾ ਹੋਇਆ ਵੀ ਧਰਮੀ ਨਹੀਂ। ਸੋ ਇਹ ਗੱਲ ਆਪਾਂ ਸਮਝਣੀ। ਇਸ ਲਈ ਮੈਂ ਆਖਿਆ ਸੀ ਕਿ ਥੋੜ੍ਹਾ ਜਿਹਾ ਇਹ ਧਰਮ ਸ਼ਬਦ ਜਿਹੜਾ ਨਾ ਜੀ, ਇਹ ਬੜਾ ਹੀ ਕੀ ਉਹਨੂੰ ਕਹਿੰਦੇ ਹੁੰਦੇ ਨੇ, ਸੰਜੀਦਾ ਜਿਹਾ ਸਬਜੈਕਟ ਹੈਗਾ, ਵਿਸ਼ਾ ਹੈਗਾ ਹੈ। ਅਤੇ ਇਹਦੇ ਉੱਤੇ ਬੋਲਦਿਆਂ ਵੀ ਸੱਚੀ ਕਈ ਵਾਰੀ ਤਾਂ ਘਬਰਾਈਦਾ ਹੈ ਵੀ ਪਤਾ ਨਹੀਂ ਕਿਸੇ ਨੂੰ ਕਿਹੜੇ ਬਚਨ ਤੋਂ ਕੀ ਦਿੱਕਤ ਖੜੀ ਹੋ ਜਾਣੀ ਹੈ। ਲੇਕਿਨ ਜਿਹੜੇ ਗੁਰੂਆਂ ਦੇ ਬਚਨ ਨੇ ਉਹ ਤੇ ਸੱਤ ਨੇ ਜੀ, ਉਹ ਸਦਾ ਹੀ ਸੱਤ ਨੇ, ਉਹ ਕਦੀ ਗਲਤ ਨਹੀਂ ਹੋ ਸਕਦੇ। ਇਹ ਮਹਾਂਪੁਰਸ਼ਾਂ ਦੇ, ਗੁਰੂਆਂ ਦੇ ਬਚਨ ਨੇ ਕਿ ਵਾਹਿਗੁਰੂ ਦੀ ਭਗਤੀ ਕਰਨੀ, ਚੰਗੇ ਕਰਮ ਕਮਾਉਣੇ, ਵਹਿਮਾਂ ਭਰਮਾਂ ਦਾ, ਕਰਮ ਕਾਂਡਾਂ ਦਾ ਤਿਆਗ ਕਰਨਾ। ਆ ਜਿਹੜੇ ਥੱਲੇ ਅਸੀਂ ਪੰਡਿਤ ਹਰਦਿਆਲ ਜੀ ਦੇ ਲਿਖੇ ਹੋਏ 10 ਗੁਣ ਪੜ੍ਹੇ ਨੇ, ਇਹ ਗੁਣ ਬੰਦੇ ਵਿੱਚ ਹੋਣੇ। ਕਹੋ ਨਾਨਕ ਅਟਲ ਇਹ ਧਰਮ, ਇਹ ਹੈ ਮਨੁੱਖ ਦਾ ਸੱਚਾ ਧਰਮ, ਪਵਿੱਤਰ ਧਰਮ, ਸਾਫ ਸੁਥਰਾ ਧਰਮ, ਯਾਨੀ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ। ਇਹ ਹੈ ਧਰਮ, ਹੋਰ ਕੋਈ ਧਰਮ ਨਹੀਂ ਹੁੰਦਾ। ਅੱਗੇ ਹੈ ਜੀ ਇਹ ਅਖੀਰਲਾ ਬੰਦ, ਅਖੀਰਲੀਆਂ 2 ਪੰਕਤੀਆਂ ਨੇ 6ਵੇਂ ਬੰਦ ਦੀਆਂ। ਇਹਨਾਂ ਵਿੱਚ ਆਖਿਆ ਕਿਰਤ ਨਿੰਦਕ ਕਾ ਧੁਰ ਹੀ ਪਿਆ। ਹੁਣ ਇੱਥੇ ਨਾ ਸਾਨੂੰ ਇੱਕ ਟਪਲਾ ਲੱਗਦਾ ਹੈ, ਜਿਹੜੇ ਲੋਕ ਇਹਦੀ ਵਿਆਖਿਆ ਕਰਦੇ ਨੇ, ਕਿਰਤ ਨਿੰਦਕ ਕਾ ਧੁਰ ਹੀ ਪਿਆ। ਇਹਦੇ ਅਰਥ ਇਸ ਤਰ੍ਹਾਂ ਕਰਕੇ ਅੱਗੇ ਲੰਘ ਜਾਂਦੇ ਨੇ ਲੋਕ ਵੀ ਇਹ ਧੁਰੋਂ ਹੀ ਵਾਹਿਗੁਰੂ ਜੀ ਨੇ ਲਿਖਿਆ ਹੋਇਆ ਸੀ ਤੇ ਉਹ ਬੰਦਾ ਇਸ ਪਾਸੇ ਲੱਗਾ ਹੋਇਆ ਨਿੰਦਿਆ ਕਰਨਾ ਨਾ। ਵਾਹਿਗੁਰੂ ਜੀ ਨੇ ਬਿਲਕੁਲ ਨਹੀਂ ਲਿਖਿਆ। ਕਿਸੇ ਦੇ ਭਾਗਾਂ 'ਚ ਵਾਹਿਗੁਰੂ ਜੀ ਮਾੜਾ ਕਦੇ ਨਹੀਂ ਲਿਖਦੇ ਕਿ ਜਾਂ ਤੂੰ ਸਾਰੀ ਉਮਰ ਨਿੰਦਿਆ ਹੀ ਕਰੀ ਜਾ, ਜਾਂ ਤੂੰ ਸਾਰੀ ਉਮਰ ਲੋਕਾਂ ਦੀਆਂ ਚੁਗਲੀਆਂ ਹੀ ਕਰੀ ਜਾ। ਵਾਹਿਗੁਰੂ ਨੂੰ ਕੀ ਲੋੜ ਇਹ ਗੱਲਾਂ ਲਿਖਣ ਦੀ? ਉਹ ਨਹੀਂ ਇਹੋ ਜਿਹਾ ਕੁਝ ਵੀ ਲਿਖਦਾ। ਇਹ ਕਿਰਤ ਨਿੰਦਕ ਕਾ ਧੁਰ ਹੀ ਪਿਆ ਤੋਂ ਭਾਵ ਹੈ ਕਿ ਜਦੋਂ ਤੋਂ ਉਹਨੇ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਧੁਰ ਤੋਂ, ਭਾਵੇਂ ਉਹ ਇਸ ਜਨਮ ਵਿੱਚ, ਭਾਵੇਂ ਪਿਛਲਿਆਂ ਸੈਂਕੜੇ ਜਨਮਾਂ ਵਿੱਚ, ਜਦੋਂ ਤੋਂ ਉਹਨੇ ਨਿੰਦਿਆ ਕਰਨੀ ਸ਼ੁਰੂ ਕੀਤੀ ਉਦੋਂ ਤੋਂ ਉਹਦੇ ਕਰਮ ਜਿਹੜੇ ਨੇ ਨਿੰਦਿਆ ਵਾਲੇ ਲਿਖੀਨੇ ਸ਼ੁਰੂ ਹੋ ਗਏ। ਅਸੀਂ ਆਪ ਹੀ ਲਿਖ ਰਹੇ ਹਾਂ ਜੀ, ਕੋਈ ਨਹੀਂ ਜੇ ਲਿਖਦਾ ਸਾਡੇ ਕਰਮ। ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਇਹ ਗੁਰਬਾਣੀ ਦਾ ਫੈਸਲਾ ਹੈ ਜੀ। ਅਸੀਂ ਆਪਣੇ ਕਰਮ ਆਪ ਹੀ ਕਰਦੇ ਹਾਂ ਤੇ ਆਪ ਹੀ ਉਹਨਾਂ ਨੂੰ ਲਿਖਦੇ ਹਾਂ। ਯਾਨੀ ਲਿਖਦੇ ਕਿੱਥੇ ਆ? ਸਾਡੇ ਦਿਮਾਗ ਵਿੱਚ ਪਿੱਛੇ, ਜਿਹਨੂੰ ਅਸੀਂ ਚੇਤਾ ਆਖਦੇ ਹਾਂ ਨਾ, ਜਿਹੜੇ ਅੰਤःਕਰਨ ਦੀਆਂ 4 ਚੀਜ਼ਾਂ ਨੇ, ਮਨ, ਬੁੱਧ, ਚਿੱਤ ਤੇ ਅਹੰਕਾਰ। ਇਹ ਸਾਡੇ ਕੀਤੇ ਹੋਏ ਕਰਮ ਸਾਡੇ ਚਿੱਤ ਵਿੱਚ ਟਿਕਦੇ ਨੇ। ਉਹਨਾਂ ਦੀ ਜਿਹੜੀ ਹੈਗੀ ਨਾ ਯਾਦਾਸ਼ਤ ਉੱਥੇ ਟਿਕਦੀ ਹੈ, ਉਹ ਸਾਡੇ ਨਾਲ ਜਾਂਦੀ ਹੈ। ਉਹ ਅਸੀਂ ਆਪ ਹੀ ਲਿਖਿਆ ਹੈ। ਜਿਹੋ ਜਿਹਾ ਆਪਾਂ ਕੀਤਾ ਉਹੋ ਜਿਹਾ ਸਾਡਾ ਚੇਤਾ ਬਣ ਗਿਆ, ਸਾਡੇ ਚਿੱਤ ਵਿੱਚ ਉਕਰਿਆ ਗਿਆ। ਸੋ ਇਹ ਹੁੰਦਾ ਹੈ ਕਿਰਤ ਨਿੰਦਕ ਕਾ ਧੁਰ ਹੀ ਪਿਆ। ਜਿਹੋ ਜਿਹਾ ਕਿਸੇ ਬੰਦੇ ਨੇ ਕਰਮ ਕਮਾਇਆ, ਧੁਰ ਤੋਂ ਉਹਦਾ ਉਹੋ ਜਿਹਾ ਉਹਨੇ ਆਪ ਹੀ ਲਿਖ ਲਿਆ। ਸੋ ਇਹ ਲਿਖਿਆ ਹੋਇਆ ਕਰਮ ਸਾਡਾ ਸਾਡੇ ਨਾਲ ਚੱਲਦਾ ਹੈ। ਸੋ ਆਪਾਂ ਨਾ ਜੀ ਇੱਕ ਚੀਜ਼ ਵੇਖਣੀ ਹੈ ਕਿ ਪਿੱਛੇ ਜੋ ਹੋਇਆ ਸਾਡੀ ਜ਼ਿੰਦਗੀ ਵਿੱਚ, ਅੱਗੇ ਤੋਂ ਅਸੀਂ ਕੁਝ ਚੰਗਾ ਕਰੀਏ। ਜਦੋਂ ਆਪਾਂ ਚੰਗਾ ਕਰਾਂਗੇ ਨਾ ਅੱਗੇ ਤੋਂ, ਤੇ ਹੋਏਗਾ ਕਿ ਜਿਸ ਵਕਤ, ਜਿਸ ਘੜੀ, ਜਿਸ ਪਲ ਤੋਂ ਅਸੀਂ ਚੰਗਾ ਕਰਨਾ ਸ਼ੁਰੂ ਕਰ ਦਿਆਂਗੇ, ਉਸੇ ਹੀ ਪਲ ਤੋਂ, ਉਸੇ ਹੀ ਛਿਨ ਤੋਂ ਸਾਡਾ ਚੰਗਾ ਲਿਖਿਆ ਜਾਣਾ ਸ਼ੁਰੂ ਹੋ ਜਾਏਗਾ। ਫਿਰ ਸਾਡਾ ਸਭ ਕੁਝ ਚੰਗਾ ਹੀ ਹੁੰਦਾ ਜਾਏਗਾ। ਇਹ ਹੈ ਕਿਰਤ ਜਿਹੜਾ ਧੁਰ ਹੀ ਪਿਆ। ਚੰਗਿਆਂ ਦਾ ਉਹ ਚੰਗਾ ਕਰਦੇ ਨੇ ਤੇ ਉਹਨਾਂ ਦਾ ਕਿਰਤ ਚੰਗਾ ਬਣਦਾ ਜਾਂਦਾ, ਯਾਨੀ ਕਰਮ।
ਤੇ ਜੇ ਨਿੰਦਕਾਂ ਲੋਕਾਂ ਨੇ ਮਾੜੇ ਕਰਮ ਕੀਤੇ ਨੇ ਤੇ ਉਹਨਾਂ ਦਾ ਕਰਮ ਮਾੜਾ ਬਣਦਾ ਜਾਂਦਾ। ਇਹ ਧੁਰ ਤੋਂ ਹੀ ਲਿਖਿਆ ਜਾ ਰਿਹਾ ਹੈ। ਯਾਨੀ ਧੁਰ ਤੋਂ ਮਤਲਬ ਜਦੋਂ ਤੋਂ ਉਹਨਾਂ ਨੇ ਇਹ ਕਰਮ ਸ਼ੁਰੂ ਕੀਤਾ ਉਦੋਂ ਤੋਂ। ਇਹਦਾ ਮਤਲਬ ਇਹ ਅਸਲੀ ਬਣਦਾ ਹੈ, ਨਾਨਕ ਜੋ ਤੇ ਸੁਭਾਵ ਹੈ ਸੋਈ ਥੀਆ। ਹੁਣ ਗੁਰੂ ਜੀ ਆਖਦੇ ਨੇ ਵੀ ਉਸ ਵਾਹਿਗੁਰੂ ਜੀ ਨੂੰ ਇਸ ਤਰ੍ਹਾਂ ਹੀ ਪਾਉਂਦਾ ਹੈ ਕਿ ਬਈ ਤੂੰ ਆਪਣੇ ਕੀਤੇ ਕਰਮਾਂ ਦਾ ਫਲ ਭੁਗਤ, ਇਹੋ ਹੀ ਉਹਨੂੰ ਚੰਗਾ ਲੱਗਦਾ। ਅਸੀਂ ਕਈ ਵਾਰੀ ਨਾ ਅਸੀਂ ਲੋਕ ਸਾਰੇ ਹੀ ਇਸ ਤਰ੍ਹਾਂ ਹੀ ਕਹਿ ਦਿੰਦੇ ਆ ਜੀ ਪਰਮਾਤਮਾ ਨੇ ਪਤਾ ਨਹੀਂ ਉਹਦੇ ਕਰਮਾਂ 'ਚ ਕੀ ਲਿਖਿਆ, ਵਿਚਾਰਾ ਸਾਰੀ ਜ਼ਿੰਦਗੀ ਦੁਖੀ ਰਿਹਾ ਹੈ ਨਾ। ਭਾਈ ਪਰਮਾਤਮਾ ਨੇ ਬਿਲਕੁਲ ਨਹੀਂ ਲਿਖਿਆ। ਪਰਮਾਤਮਾ ਨੂੰ ਦੋਸ਼ ਨਾ ਦਈਏ ਆਪਾਂ। ਦੱਦਾ ਦੋਸ਼ ਨਾ ਦੀਜੈ ਕਾਹੂ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਦੂਜਿਆਂ ਨੂੰ ਭਾਈ ਦੋਸ਼ ਨਾ ਦਿਓ, ਇਹ ਆਪਾਂ ਆਪ ਹੀ ਕੀਤੇ ਨੇ ਕਰਮ, ਉਹਨਾਂ ਨੂੰ ਆਪ ਹੀ ਭੁਗਤ ਰਹੇ ਹਾਂ, ਚਾਹੇ ਉਹ ਚੰਗੇ ਨੇ ਚਾਹੇ ਉਹ ਮਾੜੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਆਖਦੇ ਨੇ ਜੋ ਤੇ ਸੁਭਾਵ ਹੈ, ਉਹਨੂੰ ਇਹੋ ਹੀ ਚੰਗਾ ਲੱਗਦਾ ਹੈ ਕਿ ਭਾਈ ਤੁਸੀਂ ਆਪਣੇ ਕੀਤੇ ਕਰਮਾਂ ਦਾ ਫਲ ਆਪ ਭੁਗਤੋ। ਸੋ ਇਥੀਆ ਉਹ ਹੀ ਹੋ ਗਿਆ, ਉਹ ਹੀ ਹੁੰਦਾ ਹੈ। ਸੋ ਅਖੀਰ ਵਿੱਚ ਮੈਂ ਪਹਿਲੇ ਪਾਤਸ਼ਾਹ ਜੀ ਦਾ ਬਚਨ ਕਰਕੇ ਸਮਾਪਤੀ ਕਰਦਾ। ਨਾਨਕ ਜੋ ਤੇ ਸੁਭਾਵ ਹੈ ਸੋ ਥੀਆ, ਇਹਨਾਂ ਜਨਤਾਂ ਵਸ ਕਿਛ ਨਾ ਹੈ। ਬਸ ਆਹ ਗੱਲ ਸਮਝਣ ਵਾਲੀ ਏ ਕਿ ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਨਹੀਂ, ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਉਹ ਹੀ ਹੁੰਦਾ ਹੈ। ਤੇ ਉਹਨੂੰ ਭਾਉਂਦਾ ਕੀ ਏ? ਇਹੋ ਹੀ ਭਾਉਂਦਾ ਹੈ ਕਿ ਜੋ ਤੂੰ ਕੀਤਾ ਭਈ ਆਪਣਾ ਚੁੱਕ। ਜੇ ਤੂੰ 8 ਘੰਟੇ ਕੰਮ ਕੀਤਾ ਹੈ, ਤੇਰੇ $80 ਬਣਦੇ ਨੇ, ਆ ਚੁੱਕ ਆਪਣੇ ਦੇ ਘਰ ਨੂੰ ਜਾ। ਵਾਹਿਗੁਰੂ ਜੀ ਨੂੰ ਇਹੋ ਹੀ ਭਾਉਂਦਾ ਹੈ। ਬਸ ਆਹ ਗੱਲ ਸਮਝਣ ਵਾਲੀ ਏ। ਕਦੀ ਵਾਹਿਗੁਰੂ ਜੀ ਨੂੰ ਇਹ ਨਹੀਂ ਭਾਉਂਦਾ ਕਿ ਮੇਰੇ ਬੱਚੇ ਕੁਛ ਮਾੜਾ ਕਰਨ। ਕਦੀ ਵਾਹਿਗੁਰੂ ਜੀ ਨੂੰ ਇਹ ਨਹੀਂ ਭਾਉਂਦਾ ਕਿ ਇਹਨਾਂ ਦੇ ਕਰਮ ਮਾੜੇ ਬਣ ਜਾਣ ਤੇ 84 ਲੱਖ ਜੂਨੀਆਂ 'ਚ ਧੱਕੇ ਖਾਂਦੇ ਫਿਰਨ। ਵਾਹਿਗੁਰੂ ਜੀ ਨੂੰ ਇਹ ਸਭ ਕੁਛ ਕਦੇ ਨਹੀਂ ਚੰਗਾ ਲੱਗਦਾ। ਵਾਹਿਗੁਰੂ ਜੀ ਨੂੰ ਸਾਡਾ ਚੰਗਾ ਹੀ ਹੋਣਾ ਚੰਗਾ ਲੱਗਦਾ ਹੈ, ਲੇਕਿਨ ਚੰਗਾ ਤਾਂ ਹੀ ਹੋਏਗਾ ਜੇ ਆਪਾਂ ਚੰਗਾ ਕਰਾਂਗੇ। ਸੋ ਆਪਾਂ ਯਤਨ ਕਰੀਏ ਕਿ ਆਪਣੇ ਜੀਵਨ ਵਿੱਚ ਵੈਸੇ ਮੇਰਾ ਤੇ ਮੰਨਣਾ ਹੈ ਜੀ ਤੁਸੀਂ ਸਾਰੇ ਚੰਗਾ ਹੀ ਕਰਦੇ ਹੋ, ਤੁਸੀਂ ਮਾੜਾ ਥੋੜ੍ਹਾ ਕਰਦੇ ਜੇ। ਪਰ ਹੋਰ ਚੰਗਾ ਕਰਨ 'ਚ ਕੀ ਹਰਜ ਏ? ਹੋਰ ਵੀ ਆਪਾਂ ਚੰਗਾ ਕਰੀਏ, ਹੋਰ ਭਲੇ ਕਰਮ ਕਮਾਈਏ। ਜਿਵੇਂ ਜਿਵੇਂ ਆਪਾਂ ਚੰਗੇ ਕਰਮ ਕਮਾਵਾਂਗੇ ਤਿਵੇਂ ਤਿਵੇਂ ਸਾਨੂੰ ਵਾਹਿਗੁਰੂ ਜੀ ਦੀ ਨੇੜਤਾ ਮਿਲਦੀ ਜਾਏਗੀ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਬਸ ਅਸੀਂ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਵਾਹਿਗੁਰੂ ਜੀ ਦੇ ਨੇੜੇ ਹੁੰਦੇ ਹਾਂ ਅਤੇ ਉਹਨਾਂ ਅਨੁਸਾਰ ਹੀ ਅਸੀਂ ਦੂਰ ਹੁੰਦੇ ਹਾਂ। ਸੋ ਇੰਨੇ ਕੁ ਬਚਨ ਜੀ ਅੱਜ ਤੁਸੀਂ ਪ੍ਰਵਾਨ ਕਰਨਾ। ਬੇਅੰਤ ਪ੍ਰਕਾਰ ਦੀਆਂ ਮੇਰੇ ਪਾਸੋਂ ਜਿਹੜੀਆਂ ਭੁੱਲਾਂ ਹੋਈਆਂ ਨੇ ਉਹਨਾਂ ਲਈ ਮੈਂ ਆਪ ਸਾਰੀ ਸੰਗਤ ਤੋਂ ਖਿਮਾ ਚਾਹਾਂਗਾ ਅਤੇ ਆਸ ਰੱਖਦਾ ਤੁਸੀਂ ਤਾਂ ਬੜੇ ਖਿਮਾਵਾਨ ਹੋ, ਤੁਸੀਂ ਖਿਮਾਕਾਰੀ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।